ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਤੇ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਗਰੀਬ ਨਵਾਜ ਬਾਲੀਏ ਦੋ ਜਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਜੀ ਕੀ ਸਾਜੀ ਨਮਾਜੀ ਸਾਧ ਸੰਗਤ ਜੀਓ, ਗੁਰੂ ਜੀ ਕੇ ਖਾਸ ਸਰੂਪ ਖਾਲਸਾ ਸਾਧ ਸੰਗਤ ਜੀ, ਸਤ ਸੰਗੀ ਜਨੋ, ਬਜ਼ੁਰਗੋ, ਮਤਾਓ, ਭਰਾਵੋ, ਭੈਣੋ, ਬੱਚਿਓ, ਜਿਨ੍ਹਾਂ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਜੀਵਨ ਦਾ ਕੁਝ ਸਮਾਂ ਆਪਣੀ ਹਜ਼ੂਰੀ ਅੰਦਰ ਬੈਠ ਕੇ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਦੇ ਦੀਵਾਨ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਰਤਨ ਸਮਾਗਮ ਆਪ ਦੇਖ ਰਹੇ ਹੋ, ਸਰਵਣ ਕਰ ਰਹੇ ਹੋ, ਬੋਲ ਰਹੇ ਹੋ, ਮੁਬਾਰਕ ਹੋ। ਇਸ ਸਥਾਨ ਦੀ ਵਡਿਆਈ ਬਾਰੇ ਦਾਸ ਕੋਲ ਕੋਈ ਸ਼ਬਦ ਨਹੀਂ ਹੈ। ਜਿੰਨਾ ਚਿਰ ਮਹਾਂਪੁਰਖ ਰਹੇ ਉਹਨੇ ਜਿਹੜੀ ਮਾਇਆ ਨੂੰ ਧੱਕ ਕੇ ਬਾਹਰ ਰੱਖਿਆ, ਉਹ ਉਨੇ ਜ਼ੋਰ ਨਾਲ ਜਿੰਨੀ ਕਿਸੇ ਚੀਜ਼ ਨੂੰ ਧੱਕੀਏ ਉਨੀ ਜ਼ੋਰ ਨਾਲ ਉਹ ਚੀਜ਼ ਬੁੜ ਕੇ ਪਿਛਾ ਜਾਂਦੀ ਹੈ। ਕੰਧ ਨਾਲ ਮਾਰੀਏ ਉਹ ਚੀਜ਼ ਉਨੇ ਜ਼ੋਰ ਨਾਲ ਪਿੱਛੇ ਨੂੰ ਆ ਜਾਊਗੀ। ਅੱਜ ਉਸ ਮਾਇਆ ਦੇ ਪ੍ਰਭਾਵ ਕਰਕੇ ਇਹ ਸੇਵਾਵਾਂ ਚੱਲ ਰਹੀਆਂ ਨੇ। ਗੁਰੂ ਪਾਤਸ਼ਾਹ ਮਹਾਂਪੁਰਖਾਂ ਦੀ ਬੰਦਗੀ ਕਰਕੇ ਇਹ ਜੋ ਆਪ ਜੀ ਦੇਖ ਰਹੇ ਹੋ, ਇਹ ਸਾਰੀ ਸੰਗਤ ਦੀ ਮਿਹਰਬਾਨੀ ਕਰਕੇ ਇਹ ਪ੍ਰਬੰਧਕ ਵੀਰਾਂ ਨੇ, ਜਿਵੇਂ ਮੇਰੇ ਅਤੀ ਸਤਿਕਾਰਯੋਗ ਭਾਈ ਬੁੱਧ ਸਿੰਘ ਜੀ ਇੱਥੋਂ ਦੀ ਸੇਵਾ ਨਿਭਾ ਰਹੇ ਨੇ, ਦੂਸਰੇ ਪਾਸੇ ਭਾਈ ਅਮਰੀਕ ਸਿੰਘ ਜੀ ਸੇਵਾ ਨਿਭਾ ਰਹੇ ਨੇ ਕਾਰ ਸੇਵਾ ਵਾਲੇ ਤਪ ਸਥਾਨ ਦੀ, ਹੋਰ ਵੀ ਸੇਵਾਵਾਂ ਚੱਲਦੀਆਂ ਨੇ। ਸ਼ਾਇਦ ਇੱਥੇ ਇੱਕ ਮੇਰੇ ਸਤਿਕਾਰਯੋਗ ਉਹਨਾਂ ਨੂੰ ਸ਼ਿਵਜੀ ਜੀ ਕਰਕੇ ਕਹਿੰਦੇ ਨੇ, ਉਹ ਵੀ ਕੁਛ ਬਾਬਾ ਜੀ ਦੇ ਨਾਂ 'ਤੇ ਸੇਵਾ ਨਿਭਾ ਰਹੇ ਨੇ, ਗੁਰਦੁਆਰੇ ਬਣਾ ਰਹੇ ਨੇ। ਇਹ ਕਮਾਈ ਸਾਰੀ ਉਹਨਾਂ ਦੀ ਹੈ। ਸੋ ਬੜੀ ਖੁਸ਼ੀ ਹੈ ਕਿ ਤੁਸੀਂ ਬੜੇ ਰੁਝਾਨ ਤੋਂ ਨਿਕਲ ਕੇ ਇੱਕ ਪਾਵਨ ਪਿੱਤਰ ਸਥਾਨ 'ਤੇ, ਜਿੱਥੇ ਮਹਾਂਪੁਰਖਾਂ ਦਾ ਆਖਰੀ ਸਰੀਰ ਦਾ ਸੰਸਕਾਰ ਕੀਤਾ ਗਿਆ, ਉਹ ਨਕਸ਼ਾ ਜੇ ਨਹੀਂ ਦੇਖਿਆ ਉਹਨਾਂ ਦੇ ਸਾਹਮਣੇ ਪੇਸ਼ ਹੋ ਜਾਂਦਾ। ਪਰ ਬਹੁਤ ਘੱਟ ਬੰਦੇ ਨੇ ਜਿਹੜੇ ਉਸ ਟਾਈਮ ਹਾਜ਼ਰ ਹੋਣਗੇ 1988 'ਚ। ਸੋ ਥੋੜ੍ਹੇ ਚਿਰ ਨਿਸ਼ਕਾਮ ਕੀਰਤਨੀ ਜਥੇ ਵੱਲੋਂ ਜੋ ਅੱਜ ਦਾ ਇਹ ਸਮਾਗਮ ਆਯੋਜਿਤ ਕੀਤਾ ਗਿਆ ਸੀ, ਉਹ ਫੋਕਲ ਪੁਆਇੰਟ ਵਿੱਚ ਆਯੋਜਿਤ ਕੀਤਾ ਗਿਆ ਸੀ। ਪਰ ਨੈੱਟ ਨੇ ਦੱਸਿਆ 3 ਦਿਨ ਦੀ ਵਰਸ਼ਾ ਬਹੁਤ ਅੱਛਾ ਹੋਇਆ, ਬਹੁਤ ਚੰਗਾ ਹੋਇਆ।
बड़ी कवरेज, दीवान हाल है, लंगर हाल है, सारिया चीज़ां मुहैया ने। ये सारा गुरु घर है, ये सारी संगत का ही वरतन वाली चीज़ है। एक दिन दास पहला भी आया, उस दिन भी उन्हीं अपना समागम वो काफ़ी गुरु घर च सेवा निभाते रहे। 5 गराइयां तो वीर जी करके उन्होंने कहते सन, जोड़े अजकल अमेरिका गए ने। उन्होंने माता चढ़ाई कर गई तो उन्होंने उत्थे छोटा दीवान जिहा लाया, चांदनियां जिहां लाइया। जो इन्होंने गुरु घर सारा कुछ मुहैया है तो ये बरतन तो संकोच नहीं सानू करना चाहिए। एक गुरु दरबार की रौनक वधदी है। इस करके मौसम की ढिल करके इस तप स्थान गुरुद्वारा अंगीठा साहब दे खुले दीवान में आप जी सज रहे हो। दास तो पहला कीर्तनी वीर जी कीर्तन की सेवा निभा रहे सन। मेरी कोई थोड़ी सेहत ढिली सी, पर चलो संगतां दे दर्शन करके थोड़ा जिहा 5-7-10 मिनट थोड़े नाल कोई विचारां दी सांझ करन मैनूं हुक्म होया। करतूत मेरी कोई नहीं है, मैं आप जी तो असीस लैनी है। गुरु पातशाह रहमत करन, जिन्हां दा अंगीठा साहब है वो भी कृपा करन। अकाल पुरख वाहिगुरू भी कृपा करे ताकि मैं आप जी की निमाणा जे सच्ची सेवा निभा सकां कुछ मिनटां लई। सो इसलिए आप जी सीस बख्शते हुए गुरु जी नूं सीस झुकाते हुए थोड़ा जिहा मन करके दास के सिर ते हथ रखो। मेहर भरिया थोड़े हत्थां च बड़ी बरकत है। आ सब थोड़ियां बरकतां ने जिन्नियां भी है। ते नाल नाल रचना करिए पवित्र ते गज के बुलाइए जी। वाहिगुरू जी का खालसा, वाहिगुरू जी की फतेह। ये आप जी वालों असीस बख्शिश हुई कुछ समा थोड़े नाल विचारां दी सांझ पाउण दी। सो मेरे मन च आ रहा सी कि मैं ना बोलां। मैं कदे इन्हां स्थानां ते अज तक अपने आप नूं कुछ मेरी कोई करतूत नहीं है कि मैं इत्थे आके आप जी नाल कोई सांझ पावां, पर संगत का वचन नहीं मोड़िया जा सकता जिन्ना चिर माड़ी मोटी हिम्मत है। सो गुरु प्यार वालिओ, मेरे मन च आ रहा सी भी अकाल पुरख वालों समय की तब्दीली नाल एक युग विच एक अवतार भेजा जाता। ये युगां का बेरवा केवल भारत खंड विच है। सतयुग है, त्रेता है, द्वापर है, कलयुग है। 4 युगां का बेरवा श्री गुरु ग्रंथ साहिब भी गुरु पातशाह ने खुल के इस बारे बड़ा ये टिप्पणी की हुई है। और जिहड़ा अवतार आंदा वो एक लीक पा के जाता। उस लीक कुछ समय तो बाद लीक कमज़ोर पैंदी है। वो तो बाद फिर नित अवतार हुंदे ने संत जन। वो जाके जिथों आंदा उहदे च मर्ज हो जाता। वो भगती नहीं इत्थे आके बहुती करता। वो पिछों फुल फ्लैट ताकत लैके आंदा अवतार। उहदे आंदियां च उन्हां च कलां जड़ियां शुरू हो जांदियां ने। अगे हुंदे संत जन जिहड़े उस गल नूं लोकां तक पक्की करांदे करांदे गांह लैके तुरे रहिंदे ने। जो अवतार का संदेश है जदों लोक तो उखड़ते हैं, उस गल नूं संत जन पक्की करा के गांह तोरी रखते हैं। इसे लड़ी विच जदों देखा जाता जिन्ने भी ईसाई धर्म के सेंट आए ने, संत आए ने, उन्हीं सारे ईसाईयत नूं अगे लैके वधे। लोकां च उहनूं प्रसिद्ध कीता, ईसा दे गुण गाए, बाइबल की सिफत की, नाल नाल अपने धर्म के जिहड़े सिद्धांत ने उन्होंने लोकां च प्रसारिया। लोकां ने उन्हां दा सत्कार भी किया उस कम्युनिटी वालों। इस तरीके नाल जिहड़े मुसलमान ने जदों मुहम्मद साहब आके उन्होंने कुरान उतरी है, लेट आए ने ईसा जी तो उन्हें वो कुरान जिहड़ी है जिहड़ी लेट आई कागज़ ते मुहम्मद साहब ने किसी की मैमरी च दिती है। उस तो बाद उन्हां दे जाण तो बाद जदों कौम ढिली पै जाती उन्हां विच उहनूं खलीफा कहंदे ने जां उन्हां नूं पीर फकीर कहंदे ने। वो पीर आके जिन्हां असीं संत कहने इदां उन्हां दे बोलां च फर्क है। वो फिर उस गल नूं मुहम्मद दी नूं शरह नूं पक्की करके आप नमाज़ां पढ़नियां, रोजे रखने, मुहम्मद ते सिदक रखना, अल्लाह ते सिदक रखना, प्रभु अल्लाह की बंदगी करनी, जो मंगना अल्लाह कोलों मंगना। ये गल जदों लोकां च ढिली पैंदी आके उन्हूं फिर चोर जाते हैं, फिर लोग तुरे रहंदे ने, फिर ढिल पैंदी फिर किसी नूं भेजा जाता। इसे लड़ी विच जिहड़े सिख पंथ विच भी महापुरख आए ने उन्हीं उस लड़ी नूं गांह तोड़न वास्ते उन्हां दी जिम्मेवारी सी। इसे लड़ी च जदों
ਮਹਾਂਪੁਰਖਾਂ ਨੇ ਇੱਥੇ ਬੰਦਗੀ ਕੀਤੀ ਬੜੀ ਦਿਨ ਰਾਤ ਕਰਕੇ। ਉਹਨਾਂ ਦਾ ਜਿਹੜਾ ਸਪੁੱਤਰ ਸੀ ਭਾਈ ਮਹਿੰਦਰ ਸਿੰਘ ਜੀ, ਜਿਹੜੀ ਅੰਮ੍ਰਿਤ ਦੀ ਗੱਲ ਇੱਥੇ ਤੋਰੀ ਹੈ ਇਸ ਗੁਰਦੁਆਰੇ ਤੋਂ, ਇਹ ਉਹਨਾਂ ਦੀ ਦੇਣ ਹੈ। ਉਹਨੇ ਇਹ ਗੱਲ ਸੋਚੀ ਕਿ ਇੱਥੇ ਕੋਈ ਨਵਾਂ ਡੇਰਾ ਨਾ ਬਣ ਜਾਏ, ਹੁਣ ਇਹ ਹੌਲੀ ਹੌਲੀ ਸਾਰੀ ਗੱਲ ਪੰਥ ਵਿੱਚ ਮਰਜ ਕੀਤੀ ਜਾਏ। ਇਹ ਉਹਨਾਂ ਦਾ ਆਪਣਾ ਪੱਕਾ ਇਰਾਦਾ ਸੀ। ਔਰ ਜਿਸ ਦਿਨ ਦਾਸ ਨੂੰ ਅੰਮ੍ਰਿਤ ਛਕਣ ਦੀ ਸਮਾਂ ਗੁਰੂ ਪਾਤਸ਼ਾਹ ਨੇ ਬਖਸ਼ਿਆ, ਉਸੇ ਦਿਨ ਮੇਰੇ ਵੀਰ ਜੀ ਨੇ, ਭਾਈ ਮਹਿੰਦਰ ਸਿੰਘ ਜੀ ਨੇ ਵੀ ਉਸੇ ਦਿਨ ਪੌਲ ਛਕੀ ਹੈ, ਬੀਬੀ ਜੀਤੋ ਜੀ ਨੇ ਵੀ ਉਸੇ ਦਿਨ ਪੌਲ ਛਕੀ ਹੈ। ਇਹਦੇ ਨਾਲ ਨਾਲ ਇੱਕ ਇਸ ਪਰਿਵਾਰ ਨਾਲ ਬਹੁਤ ਹੀ ਸਤਿਕਾਰਯੋਗ ਹਸਤੀ ਜੁੜੀ ਸੀ, ਉਹ ਸੀ ਭਾਈ ਰਣਜੀਤ ਸਿੰਘ ਜੀ, ਰਣਜੀਤ ਸਿੰਘ ਗਾਦੜੀਆਂ ਤੋਂ। ਉਹਨਾਂ ਦੀ ਭਾਵ ਉਹ ਭਾਈ ਮਹਿੰਦਰ ਸਿੰਘ ਜੀ ਦੇ ਦਮਾਦ ਸਨ, ਜਵਾਈ ਸਨ। ਉਸ ਦਿਨ ਉਹ ਵੀ ਬੀਬੀ ਜੀ ਨਾਲ, ਉਹ ਵੀ ਅਸੀਂ ਇਕੱਠੇ ਸਾਰੇ ਲਹਿੰਦੀ ਪੱਤੀ ਦੇ ਗੁਰਦੁਆਰੇ 'ਚ ਅੰਮ੍ਰਿਤ ਸੰਚਾਰ ਹੋਇਆ। ਉਹਨੇ ਅਗਲੇ ਥੋੜ੍ਹੇ ਦਿਨਾਂ 'ਚ ਜਿਹੜੇ ਇੱਥੇ ਛਪਦੇ ਨੇ, ਪੱਤਰਕਾ ਸ਼ਬਦੀ, ਅਕਾਲੀ ਪੱਤਰਕਾ ਸ਼ਬਦ ਦਾ ਨਾਂ ਰੱਖਿਆ ਉਹਨੇ, ਉਹਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਗਈ ਹੈ ਵੀ ਅਕਾਲ ਤਖਤ ਤੋਂ ਦੂਜੇ ਨੰਬਰ ਦਾ ਅੰਮ੍ਰਿਤ ਸੰਚਾਰ ਘੁੰਮਣਾ 'ਚ ਹੋਇਆ। ਮਤਲਬ ਇੰਨੀ ਸੰਗਤ ਨੇ, ਜਿਵੇਂ ਗੁਰੂ ਪਾਤਸ਼ਾਹ ਨੇ ਜਦੋਂ ਪਹਿਲੀ ਵਾਰ ਸ਼ੁਰੂ ਕੀਤਾ ਕੰਮ ਅਨੰਦਪੁਰ ਸਾਹਿਬ 'ਚ, ਉਦੋਂ ਪਹਿਲੇ ਹੀ ਦਿਨ ਕੁਛ ਤਾਂ 20,000 ਦੀ ਗਿਣਤੀ ਦੱਸਦੇ ਨੇ, ਔਰ ਅਗਲੇ ਹਰ ਸਮੇਂ ਨਾਲ ਸਿੱਖ ਸੰਗਤਾਂ ਜਿਹੜੀਆਂ ਪਹਿਲੇ ਗੁਰੂਆਂ ਤੋਂ ਚੱਲੀਆਂ ਆਉਂਦੀਆਂ ਸਨ, ਜਿਹੜੇ ਹਜੇ ਹੋਂਦ ਵਿੱਚ ਸਨ, ਗੁਰੂ ਤੇਗ ਬਹਾਦਰ ਜੀ ਦੇ ਸਿੱਖ, ਗੁਰੂ ਹਰਿਰਾਏ ਸਾਹਿਬ ਜੀ ਦੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਿੱਖ, ਇਹ ਗੱਲ ਤੁਹਾਨੂੰ ਜ਼ਰੂਰ ਰੋਸ਼ਨ ਹੋਣੀ ਚਾਹੀਦੀ ਹੈ ਵੀ ਗੁਰੂ ਨਾਨਕ ਜੀ ਤੋਂ ਲੈ ਕੇ ਗੋਬਿੰਦ ਰਾਏ ਤੱਕ ਕੋਈ ਵੀ ਬੰਦਾ ਹੋਰ ਨਾਮ ਨਹੀਂ ਸੀ ਦੇ ਸਕਦਾ। ਇਹ ਇੱਕ ਅਜੀਬ ਗੱਲ ਸੀ, ਕੇਵਲ ਗੁਰੂ ਹੀ ਨਾਮ ਦੇ ਸਕਦਾ ਸੀ, ਤਾਂ ਕਿ ਕੌਮ ਇੱਕ ਇਕੱਠੀ ਸੱਫ ਵਿੱਚ ਬੈਠੇ। ਇਸ ਗੱਲ ਕਰਕੇ ਜੇ ਉਦੋਂ ਵੀ ਇਹ ਸਿਸਟਮ ਚੱਲਦਾ ਵੀ ਜਿਹੜਾ ਮਰਜ਼ੀ ਨਾਮ ਦਾ ਹੱਕਦਾਰ ਬਣ ਜਾਂਦਾ, ਤੇ ਸ਼ਾਇਦ ਕਿਉਂਕਿ ਮਨੁੱਖ ਦੀ ਇੱਕ ਸੋਚ ਆ, ਉਹ ਜਿੱਤੋਂ ਨਾਮ ਮੰਤਰ ਲੈਂਦਾ ਉਹਨੂੰ ਆਪਣਾ ਗੁਰੂ ਅਡੋਪਟ ਕਰਦਾ ਵੀ ਮੇਰੇ ਗੁਰੂ ਬਣ ਗਏ। ਇਸ ਕਰਕੇ ਕੌਮ ਦੇ ਜਿੰਨੇ ਵੀ ਬੰਦੇ ਪਿੱਛੇ ਮਸੰਦਾਂ ਨਾਲ ਪ੍ਰੇਰ ਕੇ ਗੁਰੂ ਘਰ 'ਚ ਲਿਆਂਦੇ, ਤੇ ਗੁਰੂ ਪਾਤਸ਼ਾਹ ਦੇ ਸਮਕਾਲੀ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਚਰਨ ਧੋਏ ਰਹਿਰਾਸ ਕਰ, ਚਰਨ ਆਮਿਤ ਸਿੱਖਾਂ ਪਲਾਇਆ। ਗੁਰੂ ਜੀ ਦੇ ਸੱਜੇ ਪੈਰ ਦਾ ਅੰਗੂਠਾ ਧੋ ਕੇ ਜਲ ਪਾ ਕੇ ਉਹ ਜਲ ਸਿੱਖਾਂ ਨੂੰ ਚੂਲੇ ਦੀ ਸ਼ਕਲ 'ਚ ਛਕਾਇਆ ਜਾਂਦਾ ਸੀ, ਤੇ ਗੁਰੂ ਜੀ ਨਾਮ ਦੀ ਬਖਸ਼ਿਸ਼ ਕਰਦੇ ਸਨ, ਨਾਲ ਰਹਿਤਾਂ ਤੇ ਕਰਹਿਤਾਂ ਦੱਸਦੇ ਸਨ। ਪਰ ਗੁਰੂ ਨਾਨਕ ਤੋਂ ਲੈ ਕੇ ਗੋਬਿੰਦ ਰਾਏ ਤੱਕ ਇਹ ਸਿਸਟਮ ਗੁਰੂ ਪਾਤਸ਼ਾਹ ਨੇ ਸਾਰਾ ਜ਼ੋਰ ਸਿੱਖ ਦੀ ਅੰਦਰ ਦੀ ਰਹਿਤ ਤੇ ਲਾਇਆ। ਅੰਦਰ ਦੀ ਰਹਿਤ ਹੋ ਹੈ ਤੇ ਬਾਹਰ ਦੀ ਰਹਿਤ ਹੋ ਹੈ। ਜਿਵੇਂ ਅੰਦਰ ਖੇਤ ਦੇ ਫਸਲ ਹੈ ਤੇ ਬਾਹਰ ਖੇਤ ਦੇ ਇੱਕ ਬਾੜ ਹੈ। ਅੰਦਰ ਦੀ ਰਹਿਤ ਤੇ ਜ਼ੋਰ ਲਾਇਆ, ਜਿਹਦੇ 'ਚ ਮੇਨ ਜਿਹੜੇ ਹੈ ਦਾਸ ਸੋਚਦਾ, ਹਿੰਦੂ ਧਰਮ ਵਿੱਚ ਵੀ, ਮੁਸਲਮਾਨ 'ਚ ਵੀ, ਈਸਾਈ 'ਚ ਵੀ, ਇਹ ਚਾਰ ਨੇ। ਪੰਜਾਬ ਦੇ ਧਰਮ ਉੱਦਾਂ ਵਰਲਡ ਦੇ 8 ਨੇ। ਇਹਨਾਂ ਚੌਹਾਂ ਵਿੱਚ ਸਿਰਫ ਜੇ ਬਹੁਤੇ ਗੁਰੂ ਬਣੇ ਹੈ ਉਹ ਕੇਵਲ ਹਿੰਦੂ ਧਰਮ ਵਿੱਚ ਬਣੇ ਨੇ, ਸਨਾਤਨ ਧਰਮ ਵਿੱਚ। ਉਹਨਾਂ ਦੇ ਦੇਵੀ ਦੇਵਤੇ ਵੀ ਬਹੁਤ ਸਨ, 33 ਕਰੋੜ ਸਨ। ਉਹਨਾਂ ਦੇ ਯੁੱਗ ਯੁੱਗ ਨਾਲ ਅਵਤਾਰਾਂ ਦੀ ਵੀ ਭਿੰਨ ਭਿੰਨ ਸਨ। ਕ੍ਰਿਸ਼ਨ ਜੀ ਸਨ, ਰਾਮਚੰਦਰ ਸਨ, ਜਾਂ 52 ਸਨ। ਇਸ ਤਰੀਕੇ ਨਾਲ ਉਹਨਾਂ ਦੀ ਸੋਚ ਹੈ, ਗੁਰੂ ਪਾਤਸ਼ਾਹ ਨੇ ਮੈਂਸ਼ਨ ਕੀਤੀ ਹੈ। ਮੇਰਾ ਕਹਿਣ ਤੋਂ ਭਾਵ ਜਦੋਂ ਇਹ ਖਾਲਸਾ ਪੰਥ ਸ਼ੁਰੂ ਹੋਇਆ, ਉਦੋਂ ਪਹਿਲਾਂ ਇਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੁੜਦੀਆਂ ਰਹੀਆਂ। ਗੁਰੂ ਪਾਤਸ਼ਾਹ ਨੇ ਹਜੇ ਇਹਨੂੰ ਸੰਪੂਰਨ ਨਹੀਂ ਕੀਤਾ ਸੀ, ਤੇ ਇਸ ਪੰਥ ਨੂੰ ਸੰਪੂਰਨਤਾ ਦੇਣ ਲਈ ਗੁਰੂ ਨਾਨਕ ਨੇ 10 ਜਾਮੇ ਤਬਦੀਲ ਕੀਤੇ। ਭਾਵ 243 ਸਾਲ ਇਸ ਗੱਲ ਨੂੰ ਲੱਗੇ ਕਿ ਜਿੱਥੇ ਹਿੰਦੂ ਸਨਾਤਨ ਧਰਮ ਸੀ ਉਹ ਵੀ ਸਾਨੂੰ ਗਾਹ ਨਹੀਂ ਸੀ ਆਣ ਦੇਣਾ ਚਾਹੁੰਦਾ, ਅੱਜ ਵੀ ਸ਼ਾਇਦ ਸਾਨੂੰ ਨਾ ਆਣ ਦੇਣ ਦੇ ਹੱਕ ਵਿੱਚ ਹੋਏ। ਮੁਸਲਮਾਨ ਧਰਮ ਇੱਥੇ ਰਾਜ ਸੀ, ਤਾਕਤ ਲੈ ਕੇ ਬੈਠਾ ਸੀ, ਉਹ ਵੀ ਸਾਡੀ ਗੱਲ ਨੂੰ ਇਗਨੋਰ ਕਰਕੇ ਗੁਰੂਆਂ ਨੂੰ ਤਵੀ ਤੇ ਬਿਠਾਲਣ ਨੂੰ ਤਿਆਰ ਸੀ ਵੀ ਇਹ ਨਵੀਂ ਗੱਲ ਨਾ ਸ਼ੁਰੂ ਹੋ ਜਾਏ। ਮਸਾਂ ਹਿੰਦੂਆਂ ਨੂੰ ਮੁਸਲਮਾਨ ਬਣਾਈ ਜਾਂਦੇ ਆ, ਤੇ ਇਹ ਜੇ ਨਵੀਂ ਗੱਲ ਇੱਕ ਹੋਰ ਸ਼ੁਰੂ ਹੋ ਗਈ, ਉਹਦੇ 'ਚ ਕੁਛ ਮੁਸਲਮਾਨ ਰਲਦੇ ਜਾਂਦੇ ਨੇ,
ਕੁਝ ਹਿੰਦੂ ਰਲਦੇ ਜਾਂਦੇ ਨੇ, ਤੇ ਇਹ ਤਾਂ ਇੱਕ ਹਸਾ ਦੋ ਤੋਂ ਇੱਕ ਕਰਨ ਡਏ ਆ, ਤੇ ਇਹ ਤਾਂ ਦੋ ਦੇ ਤਿੰਨ ਬਣੀ ਜਾਣ ਡਏ ਨੇ। ਇਸ ਕਰਕੇ ਉਹ ਵੀ ਸਾਡੇ ਸਿਰਾਂ ਦਾ ਮੁੱਲ ਪਾਉਣ ਨੂੰ ਤਿਆਰ ਬੈਠੇ ਸੀ, ਪਾਏ ਉਹ ਨਹੀਂ ਮੁੱਲ ਸਾਡੇ ਸਿਰਾਂ ਦੇ ਮੁੱਲ। ਇਹਦੇ 'ਚ ਕੋਈ ਅਤਕਥਨੀ ਨਹੀਂ ਹੈ, ਸਾਡਾ ਇਤਿਹਾਸ ਬੋਲਦਾ। ਇਹਦੇ ਨਾਲ ਨਾਲ ਜਦੋਂ ਇਹ ਗੱਲ ਸੰਪੂਰਨਤਾ ਨੂੰ ਖਾਲਸਾ ਪੰਥ ਦਾ ਨਾਮ ਬਖਸ਼ਿਆ ਗਿਆ, ਜਿਸ ਤੋਂ ਬਾਅਦ ਸਾਡੇ ਪਿੰਡਾਂ 'ਚ ਗੁਰਦੁਆਰੇ ਬਣੇ। ਪਹਿਲਾਂ ਸਾਡੇ ਪਿੰਡਾਂ 'ਚ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਗੁਰਦੁਆਰੇ ਨਹੀਂ ਸਨ। ਕੁਝ ਸਮਾਂ ਸਾਡੇ 'ਚ ਮਸੰਦ ਰਹੇ ਨੇ, ਜਿਹੜੇ ਗੁਰੂ ਜੀ ਨੇ ਪੀੜ੍ਹੀਆਂ ਥਾਪੀਆਂ। ਗੁਰੂ ਗੋਬਿੰਦ ਸਿੰਘ ਤੱਕ ਮਸੰਦ ਲਹਿਰ ਚੱਲਦੀ ਰਹੀ। ਉਹ ਲੋਕ ਕਾਬਲ ਪੋਠੋਹਾਰ ਪਿਸ਼ਾਵਰ ਤੋਂ ਸੰਗਤਾਂ ਨੂੰ ਪ੍ਰੇਰ ਕੇ ਲਿਆ ਕੇ, ਜਿੱਥੇ ਵੀ ਗੁਰੂ ਪਾਤਸ਼ਾਹ ਮੌਜੂਦਾ ਸਰੀਰ ਕਰਕੇ ਹਾਜ਼ਰ ਸਨ, ਉੱਥੇ ਉਹਨਾਂ ਦੇ ਚਰਨਾਂ 'ਤੇ ਲਿਆ ਕੇ ਝੁਕਾਉਂਦੇ ਸਨ। ਦੂਰ ਦੂਰ ਤੋਂ ਸੰਗਤਾਂ ਉੱਥੇ ਜਿਵੇਂ ਅਨੰਦਪੁਰ ਸਾਹਿਬ ਪਹੁੰਚਣਾ, ਜਾਂ ਗੋਂਦਵਾਲ ਸਾਹਿਬ ਆਉਣਾ, ਜਾਂ ਖਡੂਰ ਸਾਹਿਬ ਜਾਣਾ, ਜਾਂ ਕਰਤਾਰਪੁਰ ਜਾਂਦੇ ਨੇ। ਇਸ ਤਰੀਕੇ ਨਾਲ ਸੰਗਤਾਂ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਜਾਣਾ। ਸਮੇਂ ਨਾਲ ਗੁਰੂ ਜੀ ਨੇ ਨਵਾਂ ਥਾਂ ਤਿਆਰ ਕੀਤਾ, ਭਾਵ ਕਰਤਾਰਪੁਰ ਤੋਂ ਬਾਅਦ ਖਡੂਰ ਸਾਹਿਬ ਤਿਆਰ ਕੀਤਾ, ਖਡੂਰ ਸਾਹਿਬ ਤੋਂ ਬਾਅਦ ਗੋਂਦਵਾਲ ਸਾਹਿਬ ਤਿਆਰ ਕੀਤਾ, ਗੋਂਦਵਾਲ ਤੋਂ ਬਾਅਦ ਫਿਰ ਕੀ ਤਿਆਰ ਹੋਇਆ? ਹਰਿਮੰਦਰ ਸਾਹਿਬ ਤਿਆਰ ਹੋਇਆ ਚੌਥੀ ਪਾਤਸ਼ਾਹ ਤੋਂ। ਫਿਰ ਪੰਜਵੀਂ ਪਾਤਸ਼ਾਹ ਨੇ ਤਰਨ ਤਾਰਨ ਸਾਹਿਬ ਤੇ ਕਰਤਾਰਪੁਰ ਤਿਆਰ ਕੀਤਾ। ਜਲੰਧਰ ਵਿੱਚ ਛੇਵੀਂ ਪਾਤਸ਼ਾਹ ਮੇਰਾ ਖਿਆਲ ਕੀਰਤਪੁਰ ਸਾਹਿਬ ਪਾਲਣ ਨੂੰ ਤੁਰ ਗਏ, ਅੱਗੇ ਚਲੇ ਗਏ। ਸੱਤਵੇਂ ਪਾਤਸ਼ਾਹ ਨੇ ਉਸੇ ਏਰੀਏ 'ਚ ਪ੍ਰਚਾਰ ਕੀਤਾ। ਇਸ ਹਿੱਸੇ ਤੋਂ ਚੱਲ ਕੇ ਸਾਰੇ ਭਾਰਤ ਵਿੱਚ ਪ੍ਰਚਾਰ ਕਰਨ ਵਾਸਤੇ ਇਹ ਜਿੱਥੇ ਵੀ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਚਲੇ ਗਏ। ਅੱਠਵੇਂ ਪਾਤਸ਼ਾਹ ਦਿੱਲੀ ਸ਼ਹਾਦਤ ਕਰ ਗਏ। 8 ਸਾਲ ਦੀ ਉਮਰ ਵਿੱਚ ਉਹ ਆਪਣਾ ਸਰੀਰ ਸ਼ਾਂਤ ਹੋ ਗਿਆ। ਉਹਨਾਂ ਦਾ ਭਾਣਾ ਐਸਾ ਸੀ, ਉਹਨੇ ਕੋਈ ਸਥਾਨ ਨਹੀਂ ਤਿਆਰ ਕੀਤਾ। ਹਾਂ, ਜਿੱਥੇ ਉਹ ਜਾਂਦੇ ਜਾਂਦੇ ਕਿਸੇ ਛੱਜੂ ਝਿਉਰ ਨਾਲ ਕੋਸ਼ਟ ਕੀਤੀ ਹੈ, ਜਿਨ੍ਹਾਂ ਉਹਨਾਂ ਤੇ ਕਿੰਤੂ ਕੀਤਾ ਵੀ ਜੇ ਇਹਨਾਂ ਦਾ ਨਾਂ ਤੁਸੀਂ ਐਡਾ ਵੱਡਾ ਹਰਕ੍ਰਿਸ਼ਨ ਰੱਖਿਆ ਤੇ ਇਹ ਮੈਨੂੰ ਪੰਡਤ ਜੀ ਨੇ ਇੱਕ ਨਾ ਕਿੰਤੂ ਕਰ ਦਿੱਤਾ। 8 ਸਾਲ ਦਾ ਬੱਚਾ ਆਇਆ, ਪੌਣੇ 8 ਸਾਲ ਦਾ, ਇਹਨੂੰ ਕੀ ਗਿਆਨ ਹੋ ਗਿਆ ਹੋਊਗਾ? ਇਹ ਮੈਨੂੰ ਗੀਤਾ ਦੇ ਅਰਥ ਕਰਕੇ ਦੱਸੇ। ਚਬੋਖਰਾ ਸਾਹਿਬ ਗੁਰਦੁਆਰਾ ਅੰਬਾਲੇ ਵਿੱਚ, ਤੇ ਗੁਰੂ ਪਾਤਸ਼ਾਹ ਨੇ ਜਦੋਂ ਸਿੱਖਾਂ ਨੇ ਆ ਕੇ ਕਿਹਾ ਵੀ ਇੱਕ ਪੰਡਤ ਨੇ ਕਿੰਤੂ ਕੀਤਾ ਕਿ ਜੇ ਹਰ ਕ੍ਰਿਸ਼ਨ ਹੈ, ਕ੍ਰਿਸ਼ਨ ਨੇ ਗੀਤਾਚਾਰੀ ਹੈ, ਇਹ ਗੀਤਾ ਦੇ ਸ਼ਲੋਕ ਦਾ ਅਰਥ ਕਰਕੇ ਦੱਸਣ। ਮਤਲਬ ਉਹਨਾਂ 'ਚ ਇਹ ਵੀ ਹੈਗਾ ਸੀ ਵੀ ਜੇ ਕੋਈ ਕਿਸੇ ਨੂੰ ਚੈਲੰਜ ਕਰਦਾ ਆ, ਚੈਲੰਜ ਵੀ ਕਰਦੇ ਸਨ, ਮੁਸਲਮਾਨ ਵੀ ਸਾਨੂੰ ਚੈਲੰਜ ਕਰਦੇ ਸਨ ਵੀ ਜੇ ਤੁਹਾਡੇ ਕੋਲ ਤਾਕਤ ਹੈ ਤੇ ਤੁਸੀਂ ਆਪਣਾ ਤਾਕਤ ਦਾ ਜ਼ਹੂਰ ਦੱਸੋ। ਜਿਹੜਾ ਕੋਈ ਵੱਡਾ ਉੱਚ ਕੋਟੀ ਦਾ ਮਹਾਂਪੁਰਖ ਹੈ, ਉਹਦੇ 'ਚ ਕਰਾਮਾਤ ਹੋਣੀ ਚਾਹੀਦੀ ਹੈ। ਉਹ ਰੱਬੀ ਮਨੁੱਖ ਹੋ ਜਾਂਦਾ, ਆਮ ਬੰਦੇ ਤੋਂ ਉਹਦਾ ਜੀਵਨ ਬੜਾ ਉੱਚਾ ਹੋ ਜਾਂਦਾ। ਉਹਦੇ 'ਚ ਆਮ ਬੰਦੇ ਦਾ ਜੀਵਨ ਨਹੀਂ ਹੁੰਦਾ, ਉਹ ਬਹੁਤ ਕੁਝ ਕਰ ਸਕਦਾ ਹੁੰਦਾ, ਰੱਬ ਉਹਦੀ ਕਾਫੀ ਮੰਨਦਾ ਹੈ। ਇਸ ਤਰੀਕੇ ਨਾਲ ਸਾਨੂੰ ਚੈੱਕ ਕਰਦੇ ਰਹੇ ਉਹ ਲੋਕ। ਅੱਜ ਨਹੀਂ ਅਸੀਂ ਕਿਸੇ ਨੂੰ ਪੁੱਛਦੇ ਵੀ ਤੇਰੇ 'ਚ ਤਾਕਤ ਕੀ ਹੈ, ਤੇਰੇ 'ਚ ਕਰਾਮਾਤ ਕੀ ਹੈ, ਤੇਰੇ 'ਚ ਹੈ ਕੀ ਹੈ, ਕਿਸੇ ਨੂੰ ਨਹੀਂ ਅੱਜ ਪੁੱਛਦੇ। ਇਸ ਕਰਕੇ ਅੱਗੇ ਜਾ ਕੇ ਕੌਮ ਜਿਹੜੀ ਹੈ ਪਾਟੋ ਤਾੜ ਹੋ ਗਿਆ ਹੈ, ਸਾਰਾ ਸਿਸਟਮ ਖਰਾਬ ਹੋ ਗਿਆ। ਤਾਂ ਦਾਸ ਬੇਨਤੀ ਕਰਦਾ ਵੀ ਉਹਨੇ ਕਿਹਾ ਵੀ ਪੰਡਿਤ ਜੀ ਇੱਦਾਂ ਗੱਲ ਨਹੀਂ ਬਣਨੀ, ਜੇ ਅਸੀਂ ਅਰਥ ਕਰ ਦਿੱਤੇ ਤੇ ਤੈਨੂੰ ਸ਼ੱਕ ਪੈ ਜਾਣਾ ਵੀ ਇਹ ਗੁਰੂ ਘਰ 'ਚ ਜੰਮੇ ਪਲੇ ਨੇ। ਕਿੱਡੇ ਵੇਦ ਵਿਆਸ ਭਾਈ ਗੁਰਦਾਸ ਜੀ ਵਰਗੇ ਦੇ ਹੱਥਾਂ ਵਿੱਚ ਅੱਗੇ ਆ ਕੇ ਜਿਹੜੇ ਸਾਡੇ ਭਾਈ ਮਨੀ ਸਿੰਘ ਸਨ, ਉਹ ਵੀ ਇਹਨਾਂ ਦੇ ਟਾਈਮ ਵਿੱਚ ਸਨ। ਗੁਰੂ ਹਰਕ੍ਰਿਸ਼ਨ ਗੁਰੂ ਹਰਿਰਾਏ ਦੇ ਟਾਈਮ ਵਿੱਚ ਆਏ ਨੇ, ਬੜੇ ਵਿਦਵਾਨ ਸਨ, ਉਹਨੇ ਵਿੱਦਿਆ ਲਈ ਹੋਈ ਸੀ। ਤੁਸੀਂ ਆਪਣੇ ਪਿੰਡ 'ਚੋਂ ਕੋਈ ਬੰਦਾ ਲੈ ਕੇ ਆਓ ਜਿਹਦੇ ਤੋਂ ਤੁਹਾਨੂੰ ਪੱਕਾ ਯਕੀਨ ਆ ਵੀ ਬੰਦਾ ਕੁਛ ਨਹੀਂ ਜਾਣਦਾ, ਉਹਦੇ ਕੋਲੋਂ ਜੇ ਗੁਰੂ ਪਾਤਸ਼ਾਹ ਅਰਥ ਕਰਾਉਣਾ ਚਾਹਣ ਤੇ ਕਰਾ ਸਕਦੇ ਨੇ। ਫਿਰ ਕੋਈ ਇਤਿਹਾਸਕ ਪੱਖ ਤੋਂ ਛੱਜੂ ਝਿਉਰ ਨੂੰ ਲੈ ਕੇ ਆਉਂਦੇ ਨੇ ਉਹ ਪੰਡਤ ਜੀ, ਪਿੰਡ ਦੇ ਲੋਕ ਸਾਰੇ ਇਕੱਠੇ ਹੋ ਜਾਂਦੇ ਨੇ। ਉਹ ਆ ਕੇ ਛੱਜੂ ਝਿਉਰ ਉੱਥੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਸੱਜ ਜਾਂਦਾ ਹੈ, ਤੇ ਉਹ ਤੋਂ ਬਾਅਦ ਗੁਰੂ ਪਾਤਸ਼ਾਹ ਕੋਲ ਇੱਕ ਹੱਥ ਛੋਟੀ ਹੁੰਦੀ ਹੈ, ਉਹਦੇ ਸਿਰ ਤੇ ਰੱਖਦੇ ਨੇ। ਇਹ ਤੁਹਾਡਾ ਇਤਿਹਾਸ ਬੋਲਦਾ ਹੈ ਉਸ ਥਾਂ ਤੇ ਗੁਰਦੁਆਰਾ ਸੁਭਾਏਮਾਨ ਹੈ। ਤੇ ਉਹ ਫਿਰ ਜਿਹੜਾ ਛੱਜੂ ਹੈ ਉਹ ਐਨੀ ਫਲੋ ਨਾਲ ਸੰਸਕ੍ਰਿਤ ਪੜ੍ਹਦਾ ਜਿਹਦੇ ਬਾਤਾਂ ਉਹਨੂੰ ਪਤਾ ਸੀ ਵੀ ਇਹ ਬੋਲਾ ਵੀ ਹੈ ਤੇ ਗੂੰਗਾ ਵੀ ਹੈ। ਜਿਹੜਾ ਵੀ ਬੰਦਾ ਬੋਲਾ ਹੋਊਗਾ ਉਹ ਗੂੰਗਾ ਵੀ ਜ਼ਰੂਰ ਹੋਏਗਾ, ਕਿਉਂਕਿ ਅਸੀਂ ਪਹਿਲਾਂ ਗੱਲਾਂ ਸੁਣਦੇ ਹਾਂ ਫਿਰ ਅਸੀਂ ਬੋਲਦੇ ਹਾਂ। ਜੇ ਅਸੀਂ ਸੁਣਿਆ ਨਹੀਂ ਤੇ ਆਪਾਂ ਬੋਲਾਂਗੇ ਨਹੀਂ। ਇਸ ਕਰਕੇ ਉਹ ਐਸਾ ਲਿਆਂਦਾ ਗਿਆ
ਜਿਹੜਾ ਬਿਲਕੁਲ ਨਾ ਬੋਲ ਸਕਦਾ ਨਾ ਸੁਣ ਸਕਦਾ, ਉਹ ਬੰਦਾ ਲਿਆ ਕੇ ਉਹਨੇ ਜਾਣ ਕੇ ਪਿੰਡ ਵਾਲਿਆਂ ਨੇ ਮਖੌਲ ਦੇ ਤੌਰ ਤੇ ਬਿਠਾ ਲਿਆ। ਜਦੋਂ ਉਹਦੇ ਤੇ ਗੁਰੂ ਪਾਤਸ਼ਾਹ ਦੀ ਸੋਟੀ ਗਈ ਤੇ ਉਹ ਫਟਾਫਟ ਗੀਤਾ ਦੇ ਅਰਥ ਕਰਨ ਲੱਗ ਪਿਆ। ਜਿਹੜੇ ਅਰਥ ਉਸ ਪੰਡਤ ਨੂੰ ਨਹੀਂ ਸੀ ਆਉਂਦੇ ਉਹ ਛੱਜੂ ਨੇ ਕਰਕੇ ਸੁਣਾਏ ਤੇ ਉਹਦੇ ਹੱਥ ਜੋੜੇ। ਉਹ ਪੰਡਤ, ਸ਼ਾਇਦ ਉਹਦਾ ਨਾਂ ਲਾਲ ਸੀ, ਕਿਹੜਾ ਲਾਲ ਸੀ, ਉਹ ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੀ ਭੁੱਲ ਮੰਗੀ ਵੀ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ, ਮੈਂ ਤੁਹਾਨੂੰ ਪਰਖਣਾ ਨਹੀਂ ਸੀ, ਪਰ ਮੇਰੀ ਮਾਫ ਕਰ ਦਿਓ, ਮੈਂ ਤੁਹਾਡੇ ਨਾਲ ਇੱਦਾਂ ਭੁੱਲ ਮੰਗੀ ਹੈ। ਬਾਬਰ ਨੇ ਗੁਰੂ ਨਾਨਕ ਕੋਲੋਂ ਵੀ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਤੁਸੀਂ ਫੜੇ ਗਏ ਹੋ, ਕੈਦ ਵਿੱਚ ਆਏ ਹੋ, ਔਰ ਮੈਨੂੰ ਇਸ ਗੱਲ ਦਾ ਬੜਾ ਅਹਿਸਾਸ ਹੈ ਕਿ ਜਿਹੜੇ ਵੀ ਸਾਡੇ ਗੁਰੂ ਪਾਤਸ਼ਾਹ ਜਾਂ ਕੋਈ ਚੋਟੀ ਦੇ ਪੈਗੰਬਰ ਅਵਤਾਰ ਆਏ ਨੇ, ਉਨੀ ਸਮੇਂ ਦੀ ਹਕੂਮਤ ਨੂੰ ਚੈਲੰਜ ਕੀਤੇ ਹੋਏ ਨੇ, ਸਮੇਂ ਦੀ ਹਕੂਮਤ ਨੂੰ ਚੈਲੰਜ ਕੀਤੇ ਹੋਏ ਨੇ ਵੀ ਤੁਸੀਂ ਆਹ ਕੰਮ ਕਰਦੇ ਲੋਕਾਂ ਨਾਲ, ਆਹ ਧੱਕਾ ਕਰਦੇ ਆ। ਇਸ ਕਰਕੇ ਇਹ ਖਾਲਸਾ ਪੰਥ ਦੀ ਸਿਰਜਣਾ ਸੰਪੂਰਨ ਹੋਈ। ਇਹਦਾ ਪੂਰੇ ਨਾਂ ਬਦਲੇ ਗਏ। ਹਿੰਦੂ ਸਮਾਜ ਵਿੱਚੋਂ ਪਹਿਲੇ ਸਾਡੇ ਨਾਂ ਹੋਰ ਸਨ, ਨਾਨਕ ਦੇਵ ਜੀ, ਅੰਗਦ ਦੇਵ ਜੀ, ਅਮਰਦਾਸ ਜੀ, ਰਾਮਦਾਸ ਜੀ, ਤੁਸੀਂ ਸਾਰੇ ਜਾਣਦੇ ਹੋ। ਫਿਰ ਗੋਬਿੰਦ ਰਾਏ ਨੇ ਦਸਵੇਂ ਗੋਬਿੰਦ ਰਾਏ ਤੋਂ ਬਾਅਦ ਜਦੋਂ ਗੋਬਿੰਦ ਸਿੰਘ ਬਣਦੇ ਨੇ, ਉਦੋਂ ਪੰਜ ਪਿਆਰਿਆਂ ਦੀ ਜਿਹੜੀ ਸਿਰਜਣਾ ਕਰਕੇ, ਜਿਹਨੂੰ ਤੁਸੀਂ ਖਾਲਸਾ ਪੰਥ ਦਾ ਜਿਹੜਾ ਸਥਾਪਨ ਦਿਵਸ ਕਹਿੰਦੇ ਆ ਜਾਂ ਉਹਨਾਂ ਦਾ ਖਾਲਸੇ ਦਾ ਜਨਮ ਦਿਨ ਕਹਿੰਦੇ ਹੋ, ਕੁਛ ਵੀ ਕਹਿੰਦੇ ਹੋ, ਉਸ ਦਿਨ ਇਹ ਨਾਂ ਬਦਲੇ ਗਏ, ਪੰਜ ਕੱਕੇ ਦਿੱਤੇ ਗਏ, ਇੱਕ ਸਾਨੂੰ ਜਕਾਰਾ ਦਿੱਤਾ ਗਿਆ ਫੇਸ ਟੂ ਫੇਸ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦੋਂ ਤੋਂ ਬਾਅਦ ਹੀ ਗੁਰੂ ਪਾਤਸ਼ਾਹ ਦੀ ਉਹ ਪੌੜੀ ਜੋੜ ਕੇ ਅਰਦਾਸ ਤਿਆਰ ਕੀਤੀ ਗਈ ਖਾਲਸਾ ਪੰਥ ਦੀ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਦੀ ਪੌੜੀ ਹੈ ਪਹਿਲੀ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਇਹ ਪਹਿਲੀ ਪੌੜੀ ਦੇ ਅਸੀਂ ਜਿਹੜੀ ਅਰਦਾਸ ਕਰਦੇ ਹਾਂ ਉਹ ਗੁਰੂ ਦੀ ਬਾਣੀ ਹੈ। ਉਹਦੇ 'ਚ ਆਪਣੀ ਮਰਜ਼ੀ ਨਾਲ ਜੋ ਕੋਈ ਵੀ ਕੁਛ ਨਹੀਂ ਵਰਤ ਸਕਦੇ। ਇਹ ਖਾਲਸਾ ਪੰਥ ਦਾ ਸਿਧਾਂਤ ਹੈ। ਹੁਣ ਮੁਸ਼ਕਿਲ ਇਹ ਹੋਈ ਹੈ ਕਿ ਅੱਗੇ ਆ ਕੇ ਸਿੱਖਾਂ ਵਿੱਚ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਹੌਲੀ ਹੌਲੀ ਮਤਲਬ ਜੋ ਹੁਕਮ ਸੀ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਕਿੱਦਾਂ ਮਾਨਿਓ? पांच सिंह अमृत जो दे हैं, तिन को सिर धर शक फुन ले हैं, उन मिल पांचों रहत जो भख है, ताको मन में दृढ़ कर रख है। वो पंज जिहड़ी तुहानूं रहत दसणगे उन्हां नूं पक्की करना। वो पंज प्यारे मुड़ के तुहाडा भाई बनणगे ते तुहाडा गुरु सीधे तौर ते बनाणगे श्री गुरु ग्रंथ साहब। फिर इहदे च बड़े बड़े महापुरख आए ने पंथ विच। भाई साहब भाई रणधीर सिंह आए ने, 14 साल जेल कट्टी है। कदे जेल चिट्ठियां पढ़ के तो देखो उन्हां दियां, तुसीं दंग रह जाओगे। किस तरीके नाल कोरड़ियां दी सजा दित्ती है, 20-20 दिन रोटी छड्डी है। अज दे मेरे सिख नौजवान सिरां ते टोपियां पाई फिरदे ने। जदों भारत सरकार ने अंग्रेज ने साडे कैदियां नूं 86 कैदियां नूं बंद कीता जेलां विच, 14 जेलां घमाईयां भाई साहब नूं, ते जदों बंद करदे ने ते उदों की करदे ने कि उन्हां दे सिर ते जेल मैਨੂਅਲ अनुसार टोपी पानी, हर कैदी नूं टोपी पानी जरूरी है। अज भी जिहड़े कैदी ने जेल विच वो अपनी मर्जी नाल घरां वाले कपड़े नहीं पा सकते, जेल के कपड़े पाने पैणगे। उदों टोपी पवांदे सन ते उन्हां टाइमां च मेरे बजुर्गां ने 10 दिन 15 दिन 20 दिन रोटी छड्डी भी गोरे साडे गुरु का हुक्म है सिर ते दस्तार सजाण दा, असीं तेरी टोपी नहीं पावांगे। साडे गुरु जी दे बचन ने कि सिख होए सिर टोपी धरै, सात जन्म कुश्ती होए मरै। जिद्दां तैनूं अपना हिस्सा प्यारा आ, मैनूं भी अपना नानक जी प्यारे ने, गोबिंद सिंह जी प्यारे ने। ये मेरे धर्म नाल जुड़ी हुई मसला है। अंग्रेज नूं 15 दिनों तो बाद उन्होंने भुख हड़ताल छड़ा के अनाउंस करना पिया भी इन्हां जिहड़े सिख कैदी ने इन्हां नूं 2.5 मीटर कपड़ा दिता जाए, ये टोपी नहीं पाणगे। मैं मन गया गल। फिर साडी परख हुई, जिहड़ी अज निक्कर है साडी, जिहड़ी साडे नौजवान पा रहे ने, ये निक्कर भी अंग्रेज दी है। हिंदू दा वर्दी होर है, साडी वर्दी होर है, साडा कशहरा है। ये निक्कर जिहड़ी RSS मेरे भरावां ने पाई है, ये निक्कर हिंदू की भाषा वो नहीं है, उन्होंने धोती है, जिहड़ी धोती का जिक्र आसा की वार विच कीता होया है। जनेऊ है धर्म का चिन्ह उन्हों का, ये निक्कर नहीं है। ये निक्कर अंग्रेज की है। तो कैदियों भी निक्कर पानी जरूरी की हुई सी। फिर साडे सिखां ने मोर्चा लाया,
ਵੀ ਸਾਨੂੰ ਗੁਰੂ ਦਾ ਹੁਕਮ ਆ ਕਛਹਿਰੇ ਤੋਂ ਬਿਨਾਂ ਅਸੀਂ ਕੋਈ ਚੀਜ਼ ਨਹੀਂ ਵਰਤਾਂਗੇ, ਕਛਹਿਰਾ ਵਰਤਾਂਗੇ ਨਹੀਂ ਤਾਂ ਇਹ ਖਸਤਾ ਹੋ ਜਾਊਗਾ, ਅੱਧੀ ਰਵਾਂਗੇ, ਰੋਟੀ ਨਹੀਂ ਖਾਵਾਂਗੇ। ਜਾਂ ਸਾਨੂੰ ਕਛਹਿਰਾ ਅਲਾਉਡ ਕੀਤਾ ਜਾਏ, ਜੇ ਤੁਸੀਂ ਨਹੀਂ ਦੇ ਸਕਦੇ ਤਾਂ ਸਾਨੂੰ ਸ਼੍ਰੋਮਣੀ ਕਮੇਟੀ ਦੇ, ਜਾਂ ਸਾਡੇ ਘਰਾਂ ਤੋਂ ਕਛਹਿਰੇ ਆਣਗੇ, ਪਰ ਗੋਰਿਆ ਤੇਰੀ ਨਿੱਕਰ ਅਸੀਂ ਨਹੀਂ ਪਾਵਾਂਗੇ। ਅੱਜ ਅਸੀਂ ਉਹਨਾਂ ਦੀ ਇਹ ਕਦਰ ਕਰਨ ਲੱਗੇ ਹਾਂ, ਉਹਨਾਂ ਬਜ਼ੁਰਗਾਂ ਦੀ ਜਿਨ੍ਹਾਂ ਨੂੰ ਅਸੀਂ ਰੋਜ਼ ਯਾਦ ਕਰਦੇ ਹਾਂ, ਜਿਨੀ ਨਾਮ ਜਪਿਆ। ਇਹ ਮਹਾਂਪੁਰਖ ਵੀ ਉਹਨਾਂ ਵਿੱਚ ਹੈ, ਬਾਬਾ ਬੁੱਢਾ ਸਾਹਿਬ ਵੀ ਉਹਨਾਂ ਵਿੱਚ ਹੈ, ਬਾਬਾ ਹਰਨਾਮ ਸਿੰਘ ਜੀ ਵੀ ਉਹਨਾਂ ਵਿੱਚ ਹੋ ਸਕਦੇ ਨੇ। ਇਹ ਸਾਰੇ ਉਹਨਾਂ ਵਿੱਚ ਨੇ ਜਿਨੀ ਨਾਮ ਜਪਿਆ। ਵੰਡ ਤੇ ਮੁਸਲਮਾਨਾਂ ਨੇ ਵੀ ਨਾਮ ਜਪਿਆ, ਈਸਾਈਆਂ ਨੇ ਵੀ ਨਾਮ ਜਪਿਆ, ਹਿੰਦੂ ਜਿਨੀ ਨਾਮ ਜਪਿਆ ਵੰਡ ਛਕਿਆ। ਕਿਸੇ ਨੇ ਵੀ ਵੰਡ ਕੇ ਛਕਿਆ ਹੋਇਆ। ਜਿਨੀ ਨਾਮ ਜਪਿਆ ਵੰਡ ਛਕਿਆ, ਧਰਮ ਹੇਤ ਸੀਸ ਦਿੱਤੇ, ਦੇਗ ਚਲਾਈ, ਤੇਗ ਬਾਹੀ, ਚਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ। ਤੁਸੀਂ ਰੋਜ਼ ਉਹਨਾਂ ਨੂੰ ਯਾਦ ਕਰਦੇ ਆ। ਇੱਕ ਖਾਸ ਅਰਦਾਸ ਤਿਆਰ ਕੀਤੀ ਗਈ, ਖਾਸ ਸਿਧਾਂਤ ਤਿਆਰ ਕੀਤੇ ਗਏ ਕਿ ਸਿੱਖਾਂ ਦਾ ਆਨੰਦ ਕਾਰਜ, ਹਿੰਦੂ ਦੀ ਬੇਦੀ ਗੱਡ ਕੇ ਵਿਆਹ ਸੀ, ਸਿੱਖਾਂ ਦਾ ਆਨੰਦ ਕਾਰਜ ਕਿਵੇਂ ਹੋਊਗਾ? ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ 4 ਲਾਵਾਂ ਨਾਲ ਹੋਏਗਾ, ਜਿਹੜੀਆਂ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਨੇ। ਸਿੱਖਾਂ ਦਾ ਨਾਮ ਕਿਵੇਂ ਰੱਖਿਆ ਜਾਊਗਾ? ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਪਹਿਲਾ ਅਕਸ਼ਰ ਬੱਚੇ ਦੇ ਨਾਂ ਤੋਂ ਸ਼ੁਰੂ ਕਰਕੇ ਜੋ ਹੁਕਮਨਾਮੇ ਦਾ ਪਹਿਲਾ ਆਣਾ ਉਹ ਅਕਸ਼ਰ ਨਾਲ ਜੋੜਿਆ ਜਾਏਗਾ, ਤੇ ਬੇਟੇ ਦੇ ਜੈਂਡਰ ਲਿੰਗ ਦੱਸਿਆ ਜਾਏਗਾ ਸਿੰਘ ਤੇ ਕੌਰ ਦੇ ਨਾਂ ਥੱਲੇ। ਬੇਟੇ ਦੇ ਨਾਮ ਅਗਰ ਸਿੰਘ ਹੋਊਗਾ ਤੇ ਬੇਟੀ ਦੇ ਨਾਮ ਅਗਰ ਕੌਰ ਹੋਊਗਾ। ਇਹ ਨਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ। ਇੱਥੇ ਜਦੋਂ ਡੇਰਾ ਚੱਲਦਾ ਸੀ, ਮਹਾਂਪੁਰਖ ਵੀ ਕਹਿੰਦੇ ਹੁੰਦੇ ਸੀ ਵੀ ਸਾਡੀ ਗੋਡੀ ਹੱਥ ਨਾ ਲਾਓ, ਜਿਨ੍ਹਾਂ ਵੀ ਆਣਾ ਆ ਉਹ ਥੋੜ੍ਹਾ ਜਿਹਾ ਜਿੱਥੇ ਬੋਥੀ ਚੱਲਦੀ ਹੈ, ਜਿੱਥੇ ਸੰਗਤ ਜੁੜ ਬੈਠੀ ਹੈ, ਉਹਨੂੰ ਥੋੜ੍ਹਾ ਸਿਰ ਝੁਕਾਓ, ਤੇ ਸਿਰ ਝੁਕਾ ਕੇ ਮੂੰਹ ਵਿੱਚ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਸਭ ਕੁਝ ਉਹ ਛਿੱਕੇ ਤੇ ਟੰਗਿਆ ਜਾ ਰਿਹਾ ਤੁਹਾਡੇ ਸਾਹਮਣੇ। ਔਰ ਉਹ ਕਹਿੰਦੇ ਸਨ ਵੀ ਜੇ ਕਿਸੇ ਨੂੰ ਤਕੀਏ ਬੈਠਣ ਦਾ ਮੌਕਾ ਮਿਲ ਜਾਏ ਤੇ ਉਹਨੂੰ ਟੰਗੀ ਹੱਥ ਨਹੀਂ ਲਵਾਉਣਾ ਚਾਹੀਦਾ, ਝਾੜੂ ਬਰਦਾਰ ਬਣ ਕੇ ਬੈਠਣਾ ਚਾਹੀਦਾ। ਇਸ ਕਰਕੇ ਮੈਂ ਨਹੀਂ ਸੀ ਚਾਹੁੰਦਾ ਵੀ ਮੈਂ ਇੱਥੇ ਬਹੁਤ ਕੁਝ ਬੋਲਾਂ, ਮੈਂ ਸਦਾਈ ਬੰਦਾ ਹੈ। ਮੇਰੀ ਸੋਚ ਅੱਜ ਇਹ ਹੈ, ਇੱਕ ਕੌਮ ਤਿਆਰ ਕਰਨ ਵਾਸਤੇ ਬੜਾ ਜਦੋਜਹਿਦ ਕੀਤੀ ਜਾਂਦੀ ਹੈ। ਉੱਥੇ ਮਹਾਂਪੁਰਖਾਂ ਦਾ ਯੋਗਦਾਨ ਹੁੰਦਾ, ਇਹਦੇ 'ਚ ਅਤਕਥਨੀ ਨਹੀਂ ਹੈ। ਤਾਂ ਦਾਸ ਸਭ ਤੋਂ ਪਹਿਲਾਂ ਬੇਨਤੀ ਕਰਦਾ ਹੁੰਦਾ ਕਿ ਖਾਲਸਾ ਪੰਥ ਦੇ 2 ਪਹਿਲੂ ਤੁਹਾਡੇ ਨਾਲ ਸਾਂਝੇ ਕਰਨੇ ਆ। ਇੱਕ ਪਹਿਲੂ ਵਿੱਚ ਗ੍ਰੰਥੀ ਸਿੰਘ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਬਣੇ, ਭਾਈ ਮਨੀ ਸਿੰਘ ਬਣੇ ਨੇ, ਫੌਜ ਵਿੱਚ ਸਾਡਾ ਗ੍ਰੰਥੀ ਬਣਿਆ ਸੂਬੇਦਾਰ, ਅੰਗਰੇਜ਼ ਨੇ ਸਾਡੀ ਗ੍ਰੰਥੀ ਦੀ ਇੱਜ਼ਤ ਕੀਤੀ ਹੈ। ਇੱਕ ਸਿੱਖ ਪੰਥ ਵਿੱਚ ਗ੍ਰੰਥੀ ਸਿੰਘ ਹੈ, ਇੱਕ ਪਾਠੀ ਸਿੰਘ ਨੇ, ਇੱਕ ਹੈਗੇ ਨੇ ਕੀਰਤਨੀਏ, ਇੱਕ ਹੈਗੇ ਨੇ ਢਾਡੀ, ਇੱਕ ਹੈਗੇ ਨੇ ਕਵੀ, ਇੱਕ ਹੈਗੇ ਨੇ ਜਿਹੜੇ ਕਵੀਸ਼ਰੀ ਕਰਦੇ ਨੇ। ਕਵੀ ਦਰਬਾਰ ਹੋ ਰਿਹਾ, ਕਵੀਸ਼ਰੀ ਹੋ ਰਿਹਾ ਪੰਥ ਦੀ। ਇਹਦੇ ਨਾਲ ਨਾਲ ਇੱਕ ਕਥਾਵਾਚਕ ਨੇ, ਇੱਕ ਪ੍ਰਚਾਰਕ ਨੇ। ਇਹ ਆਉਂਦੇ ਨੇ ਪੰਥ ਵਿੱਚ। ਤੇ ਇੱਕ ਹੈਗੇ ਨੇ 5 ਜਥੇਦਾਰ ਸਾਹਿਬਾਨ 5 ਤਖਤਾਂ ਤੇ। ਇੱਕ ਹੈਗਾ ਹਿੱਸਾ ਪੰਥ ਦਾ ਇਹ। ਦੂਸਰੇ ਪੰਥ ਦੇ ਹਿੱਸੇ ਵਿੱਚ ਹੈਗੇ ਨੇ ਸੰਤ ਜੀ, ਬ੍ਰਹਮ ਗਿਆਨੀ ਬਾਬਾ ਜੀ, ਮਹਾਂਪੁਰਖ ਜੀ, ਹਜੂਰ ਮਹਾਰਾਜ। ਇੱਦਾਂ ਦੇ ਸੰਗਤ ਵੱਲੋਂ ਸਤਿਕਾਰ ਤੌਰ ਤੇ ਅਹੁਦੇ ਦਿੱਤੇ ਹੋਏ, ਸੰਗਤ ਨੇ ਸਤਿਕਾਰ ਕੀਤਾ। ਕੋਈ ਵੀ ਸ਼ਬਦ ਵਰਤਿਆ ਉਹਨਾਂ ਨੂੰ ਸਤਿਕਾਰ ਦੇ ਤੌਰ ਤੇ ਨਾਲ ਨਾਲ ਪਰਮਹੰਸ ਦਾ ਵੀ ਖਿਤਾਬ ਸ਼ਾਇਦ ਭਾਈ ਸਾਲੋ ਨੂੰ ਕਿਤੇ ਗੁਰੂ ਪਾਤਸ਼ਾਹ ਨੇ ਆਪਣੇ ਟਾਈਮ 'ਚ ਦਿੱਤਾ ਹੋਇਆ, ਇਹਨਾਂ ਨੂੰ ਪਾਰੋ ਨੂੰ। ਇਹ ਕੁਛ ਸਿਰਫ, ਬਾਕੀ ਹੋਰ ਸਾਰੇ ਭਾਈ ਥੱਲੇ ਜਾਣੇ ਗਏ ਜਿੰਨੇ ਵੀ ਹੋਏ। ਡਾਕਟਰ ਭਾਈ ਵੀਰ ਸਿੰਘ, ਪੂਰਨ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਐਸੀ ਕੁਝ ਸ਼ਖਸੀਅਤਾਂ ਹੋਈਆਂ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜਿਨੀ ਮਾਰਤੰਡਾ ਵਿਦਿਆ ਦੇ, ਭਾਈ ਗੁਰਦਾਸ। ਇਸ ਤਰੀਕੇ ਨਾਲ ਪੰਥ ਨੂੰ ਸਮੂਹਕ ਰੂਪ ਵਿੱਚ ਜੋੜ ਕੇ ਇਹਦੇ ਸਾਰੇ ਸਿਧਾਂਤ ਘੜੇ ਗਏ ਵੀ ਕਿੱਦਾਂ ਸਿੱਖਾਂ ਦਾ ਅੱਗੇ ਤੋਂ ਆਨੰਦ ਕਾਰਜ ਹੋਏਗਾ, ਇਹਨਾਂ ਦਾ ਪ੍ਰਾਣੀ ਚੜ੍ਹਾਈ ਕਰੇਗਾ ਸਿੱਖਾਂ ਦਾ, ਹਿੰਦੂ ਕਿਵੇਂ ਸੰਸਕਾਰ ਕਰਦਾ, ਸਿੱਖ ਕਿਵੇਂ ਸੰਸਕਾਰ ਕਰੂਗਾ। ਨਾਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਭਾਵ ਅਸੀਂ ਉਹਨਾਂ ਦੋਹਾਂ ਤੋਂ, ਅਸੀਂ ਹਿੰਦੂਆਂ ਦਾ ਸਤਿਕਾਰ ਕਰਦੇ ਹਾਂ, ਮੁਸਲਮਾਨਾਂ ਨੂੰ ਇੱਜ਼ਤ ਦਿੰਦੇ ਹਾਂ, ਜਿਹੜਾ ਸਹੀ ਮੁਸਲਮਾਨ ਹੈ, ਜਿਹੜਾ ਸਹੀ ਹਿੰਦੂ ਹੈ। ਹੁਣ ਜਦੋਂ ਅਸੀਂ ਸਿੱਖ ਪਾਟੇ, ਅਜੋਕੇ ਅੰਗਰੇਜ਼ ਦੇ ਟਾਈਮ 'ਚ ਅੰਗਰੇਜ਼ ਦੀ ਬੜੀ ਰਾਜਨੀਤੀ ਸੀ ਵੀ ਇਹਨਾਂ ਨੂੰ ਪਾੜ ਕੇ ਰਾਜ ਕਰਨਾ ਸੀ,
ਉਹ ਨਹੀਂ ਫਿਰ ਇੱਥੇ ਜਿਹੜਾ ਸਾਡੇ ਵਿੱਚ ਜਿੱਦਾਂ ਕੋਈ ਮੈਂ ਕਹਿ ਉਹਨਾਂ ਨੂੰ ਰਿਹਾ ਜਿਨੀ ਕਾਫੀ ਖੁੱਲੇ ਖੁੱਲੇ ਡੇਰੇ ਪੰਜਾਬ 'ਚ ਬਣਾ ਕੇ ਉੱਥੇ ਕੋਈ ਨਿਸ਼ਾਨ ਸਾਹਿਬ ਸਿੱਖਾਂ ਦਾ ਨਹੀਂ ਲਾਣ ਦਿੱਤਾ, ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਹੋਣ ਦਿੱਤਾ, ਉੱਥੇ ਕੋਈ ਵੀ ਨਿਤਨੇਮ ਨਹੀਂ ਹੋਇਆ ਉਹਨਾਂ ਡੇਰਿਆਂ 'ਚ, ਉੱਥੇ ਕੋਈ ਵੀ ਆਏ ਗਏ ਵਾਸਤੇ ਲੰਗਰ ਨਹੀਂ ਚੱਲਿਆ। ਹੈ ਉਹ ਸਿੱਖ ਸਮੁਦਾਇ ਵੱਲੋਂ ਉਹ ਜਿਨ੍ਹਾਂ ਦੇ ਡੇਰੇ ਖੁੱਲੇ ਨੇ ਉਹਨਾਂ ਦੇ ਦਾੜੇ ਵੀ ਹੈਗੇ ਨੇ, ਦਸਤਾਰਾਂ ਵੀ ਹੈਗੀਆਂ ਨੇ, ਉਹ ਸ਼ਬਦ ਵੀ ਆਪ ਦਿੰਦੇ ਨੇ। ਉਹ ਗੁਰੂ ਪੰਥ ਵਾਲਾ ਸ਼ਬਦ ਨਹੀਂ ਦਿੰਦੇ, ਆਪਣੇ ਸ਼ਬਦ ਦਿੰਦੇ ਨੇ। ਜਿਵੇਂ ਜੇਠੂਵਾਲ ਨੇ ਜਾਂ ਦਰਸ਼ਨਦਾਸ ਹੋਰੀ ਨੇ ਜਾਂ ਹੋਰ ਤੁਹਾਨੂੰ ਪਤਾ ਮੇਰੇ ਵੀਰ ਨੇ ਰਾਧਾ ਸੁਆਮੀ ਵੀ, ਨਾਮਗਰ ਸਿੰਘ ਨੇ ਸਾਰਿਆਂ ਦੇ, ਨਿਰੰਕਾਰੀ ਨੇ, ਕਿੰਨਿਆਂ ਕਿਤੇ ਨਾਂ ਲਈਏ। ਇਹ ਹੌਲੀ ਹੌਲੀ ਢੇਸੀਆਂ ਵਾਲੇ ਨੇ ਜਾਂ ਹੋਰ ਇੱਦਾਂ ਕੁਛ, ਸ਼ਾਇਦ ਮੇਰੇ ਵੀਰ ਜੀ ਬੜੇ ਸਤਿਕਾਰਯੋਗ ਨੇ, ਮੇਰੇ ਵਾਸਤੇ ਸਾਰੇ ਸਤਿਕਾਰਯੋਗ ਨੇ। ਮੈਂ ਮੰਨਦਾ ਕਿ ਕੌਮ ਇਕੱਠੀ ਕਿਵੇਂ ਹੋਊਗੀ? ਇਹ ਕੀ ਗੁਰੂ ਗੋਬਿੰਦ ਸਿੰਘ ਦੇ ਟਾਈਮ 'ਚ ਕੌਮ ਦੇ 10 ਹਿੱਸੇ ਹੋਏ ਸੀ ਵੀ ਆਹ ਇਹਦਾ ਚੇਲਾ ਹੋਊਗਾ, ਆਹ ਇਹਦਾ ਸਿੱਖ ਹੋਊਗਾ, ਆਹ ਇਹਦਾ ਸਿੱਖ ਹੋਊਗਾ, ਆਹ ਇਹਦਾ ਸਿੱਖ ਹੋਊਗਾ? ਕਿ ਸਾਰੇ ਗੁਰੂ ਨਾਨਕ ਦੇ ਸਿੱਖ ਸਨ? ਇਸ ਕਰਕੇ ਜਥਾ ਹੌਲੀ ਹੌਲੀ ਸੇਵਾ ਨਿਭਾ ਰਿਹਾ ਵੀ ਅੱਜ ਸਾਨੂੰ ਬੜੀਆਂ ਚੁਣੌਤੀਆਂ ਆ ਰਹੀਆਂ। ਕੁੜੀਆਂ ਸਾਡੀਆਂ ਛੱਡੀਆਂ ਜਾਣ ਰਹੀਆਂ ਨੇ, ਡੀਜਿਆਂ ਨਾਲ ਮੱਤ ਮਾਰੀ ਪਈ ਹੈ। ਕਈ ਵਾਰ ਦਾਸ ਇਹ ਵੀ ਬੇਨਤੀ ਕਰਦਾ ਵੀ ਸਭ ਤੋਂ ਜ਼ਿਆਦਾ ਗੁਰਦੁਆਰੇ ਪੰਜਾਬ ਵਿੱਚ, ਮੰਦਿਰ ਵੀ ਹੈਗੇ ਨੇ, ਗਿਰਜੇ ਵੀ ਬਹੁਤ ਸਾਡੇ ਗੁਰਦਾਸਪੁਰ 'ਚ ਨੇ, ਤੇ ਨਾਲ ਨਾਲ ਸਮਾਗਮ, ਕੀਰਤਨ ਸਮਾਗਮ ਸਿੱਖਾਂ 'ਚ ਬਹੁਤ ਹੋ ਰਹੇ ਨੇ। ਅਰਬਾਂ ਖਰਬਾਂ ਰੁਪਈਆ ਸਿੱਖਾਂ ਦਾ ਇਹਨਾਂ ਗੱਲਾਂ ਤੇ ਲੱਗ ਰਿਹਾ ਧਾਰਮਿਕ ਖੱਤੇ ਵਿੱਚ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਡੀਜੇ ਗੰਦੇ ਇਸ ਪੰਜਾਬ ਵਿੱਚ ਵੱਜਦੇ ਨੇ, ਸਭ ਤੋਂ ਜ਼ਿਆਦਾ ਪੈਸਟੀਸਾਈਡ ਪੰਜਾਬ 'ਚ ਵਰਤੀ ਜਾ ਰਹੀ ਹੈ, ਸਭ ਤੋਂ ਜ਼ਿਆਦਾ ਨਸ਼ੇ, ਸ਼ਰਾਬਾਂ, ਸਮੈਕ, ਕੈਪਸੂਲ। ਕਿਹੜੇ ਸੰਤ ਕਹਿ ਕੇ ਗਏ ਵੀ ਸ਼ਰਾਬ ਪੀਆ ਕਰੋ? ਕਿਹੜੇ ਗੁਰੂ ਸਾਹਿਬ ਕਹਿ ਕੇ ਗਏ ਨੇ ਵੀ ਸ਼ਰਾਬ ਪੀਆ ਕਰੋ? ਕਿਹੜੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਵੀ ਸ਼ਰਾਬ ਪੀਆ ਕਰੋ? ਇਨੀ ਧਰਮ ਨੂੰ ਇੱਥੋਂ ਤੱਕ ਰੱਖ ਲਿਆ ਵੀ ਕਿਤੇ ਕਿਤੇ ਜਾ ਕੇ ਸਮਾਗਮ ਵਿੱਚ ਜਾ ਕੇ 10 ਰੁਪਏ 20 ਰੁਪਏ ਚੜਾਇਓ, ਕਿਤੇ ਗੁਰਦੁਆਰੇ ਜਾਇਓ ਦੇਗ ਬਣਾ ਲਓ, ਤੇ ਬਾਣੀ ਅਨੁਸਾਰ ਜੀਵਨ ਨਾ ਢਾਲਿਓ। ਬਸ ਇਹ ਗੱਲ ਸੀ ਪੰਡਤ ਦੀ। ਪੰਡਤ ਨੇ ਸਾਡੇ ਕੰਮ ਕਰ ਦੇਣੇ, ਮਰੇ ਬੰਦੇ ਦਾ 17ਵੀਂ ਮਨਾ ਦੇਣੀ ਹੈ ਤੇ ਵਿਆਹ ਪੜ੍ਹ ਦੇਣਾ, ਜੋ ਮਰਜ਼ੀ ਬੋਲੀ ਜਾਏ ਮੰਤਰ, ਤੇ ਉਹ ਸਾਡਾ ਬੇਦੀ ਗੱਡ ਕੇ ਵਿਆਹ ਕਰ ਦੇਣਾ ਅੱਗ ਵੜ ਕੇ, ਤੇ ਨਾਲੇ ਪਤਲਾਂ ਮੁੰਦੀਆਂ ਮਰਾ ਦੇਣੀਆਂ, ਸਰਾਧ ਕਰਾ ਦੇਣੇ, ਸਗਰਾਂਦ ਤੇ ਮੱਸਿਆ ਦੱਸ ਦੇਣੀ। ਅਸੀਂ ਉਹਨੂੰ ਦਾਦਾ ਨੂੰ ਆਪਣੇ ਘਰ ਸੱਦ ਕੇ ਚੋਲਾ ਉਹਨਾਂ ਲੈ ਲੈਣਾ ਤੇ ਆਪੇ ਰੋਟੀ ਤਿਆਰ ਕਰਨੀ। ਛੂਤ ਛਾਤ ਬਹੁਤ ਜ਼ਿਆਦਾ ਸੀ। ਇਹ ਸਾਰੀਆਂ ਗੱਲਾਂ ਗੁਰੂ ਨਾਨਕ ਨੇ ਮੁਕਾਈਆਂ ਕਿ ਕੋਈ ਵੀ ਨੀਵਾਂ ਨਹੀਂ ਹੁੰਦਾ, ਨਾਨਕ ਉੱਤਮ ਨੀਚ ਨਾ। ਕਿਉਂਕਿ ਜਿੰਨੇ ਵੀ ਭਾਰਤ ਦੇ ਸ਼ੂਦਰ ਸਨ, ਭਾਵ ਜਿਹੜੇ ਦਲਿਤ ਹੋਏ ਸਨ, ਜਿਨ੍ਹਾਂ ਨੂੰ ਇੱਥੇ ਚਮਿਆਰ, ਚੂੜੇ, ਸਾਂਸੀ ਜਾਂ ਐਸੇ ਉਹਨਾਂ ਦੇ ਨਾਮ ਰੱਖੇ ਗਏ ਸਨ, ਜੇ ਕਦੇ ਵੀ ਮੰਦਿਰ 'ਚ ਨਹੀਂ ਸੀ ਜਾ ਸਕਦੇ, ਜਿਹੜੇ ਕਦੇ ਵੀ ਰਾਮ ਦਾ ਨਾਮ ਨਹੀਂ ਸੀ ਲੈ ਸਕਦੇ, ਭਗਤੀ ਨਹੀਂ ਸੀ ਕਰ ਸਕਦੇ, ਉਹ ਲੋਕਾਂ ਨੂੰ ਮੁਸਲਮਾਨਾਂ ਨੇ ਚੁੱਕ ਕੇ ਆਪਣੇ ਨਾਲ ਰਲਾ ਲਿਆ। ਅੱਜ ਭਾਰਤ ਵਿੱਚ 17 ਮੁਸਲਮਾਨ ਬੈਠੇ, ਤੁਸੀਂ 1.5 ਸਿੱਖ ਹੈ। ਸਾਰਾ 1.5% ਤੁਹਾਡੀ ਸਿੱਖਾਂ ਦੀ ਆਬਾਦੀ ਭਾਰਤ ਵਿੱਚ, ਉਹ ਵੀ ਸਾਰੇ ਅਮਰੀਕਾ ਚਲੇ ਗਏ, ਕੈਨੇਡਾ ਜਾ ਰਹੇ ਆ, ਆਸਟ੍ਰੇਲੀਆ ਤੁਰੇ ਜਾਂਦੇ ਨੇ, ਤੇ ਪੰਜਾਬ ਵਿੱਚ ਭਈਆਂ ਦਾ ਜ਼ੋਰ ਹੁੰਦਾ ਜਾ ਰਿਹਾ। ਇੱਕ ਇੱਕ ਤੁਸੀਂ ਨਿਆਣਾ ਜੰਮਣ ਡਏ ਆ। ਮੇਰੀਆਂ ਤਾਂ ਗੱਲਾਂ ਹੀ ਹੋਰ ਹੁੰਦੀਆਂ ਨੇ। ਘਰਾਂ ਦੇ ਘਰ ਤੁਹਾਡੇ ਖਾਲੀ ਹੋਣ ਡੇ ਨੇ, ਸਮੈਕ ਤੁਹਾਡੀ ਖੁੱਲੀ ਵਿਕ ਰਹੀ ਹੈ, ਤੁਸੀਂ ਚੁੱਪ ਕਰਕੇ ਆਪਣੇ ਘਰਾਂ 'ਚ ਬੈਠੇ ਆ। ਤੁਹਾਡੇ ਮੁੰਡੇ ਦੀ ਮਾਰ ਥੱਲੇ ਆਏ ਪਏ ਨੇ। ਕੁੜੀਆਂ ਨੂੰ ਰਿਸ਼ਤਾ ਤੁਸੀਂ ਕੁੜੀ ਸਿੱਖ ਨੂੰ ਦੇਣੀ ਹੈ, ਮੁਸਲਮਾਨ ਨੂੰ ਨਹੀਂ ਦੇਣੀ, ਈਸਾਈ ਨੂੰ ਨਹੀਂ ਦੇਣੀ, ਹਿੰਦੂ ਨੂੰ ਨਹੀਂ ਦੇਣੀ, ਸਿੱਖ ਨੂੰ ਦੇਣੀ ਹੈ। ਉਹ ਫੁੱਟ ਫੁੱਟ ਕੇ ਰੋਨੀਆਂ, ਜਿਨ੍ਹਾਂ ਦੇ ਘਰ ਵਾਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਨੇ, ਨਾ ਕੋਈ ਘਰ ਦਾ ਕੰਮ ਕਰਦੇ ਨੇ, ਕੰਮ ਰਿਹਾ ਹੀ ਕੋਈ ਨਹੀਂ। ਬਿਮਾਰੀ ਇੰਨੀ ਵੱਧਦੀ ਜਾ ਰਹੀ ਹੈ, ਕੋਈ ਸਾਨੂੰ ਰਾਹਤ ਨਹੀਂ, ਕੋਈ ਸਾਡਾ ਕੋਲ ਹਸਪਤਾਲ ਨਹੀਂ ਹੈ। ਆ ਇੱਕ 35 ਕਿਲੋਮੀਟਰ 'ਚ ਰਾਧਾ ਸੁਆਮੀ ਨੇ ਹਸਪਤਾਲ ਖੜਾ ਕੀਤਾ ਹੋਇਆ, ਉਹ ਸਿਰਫ 35 ਕਿਲੋਮੀਟਰ ਦੇ ਲੋਕ ਸਾਰੇ ਫ੍ਰੀ ਟ੍ਰੀਟਮੈਂਟ ਲੈਣਗੇ। ਸ਼੍ਰੋਮਣੀ ਕਮੇਟੀ ਨੇ ਗੁਰੂ ਰਾਮਦਾਸ ਹਸਪਤਾਲ ਖੜਾ ਕੀਤਾ, ਉਹਦੇ ਵਿੱਚ ਵੀ ਸਾਨੂੰ ਕਾਫੀ ਪੈਸੇ ਦੇਣੇ ਪੈ ਰਹੇ ਹੈ। ਆਮ ਸਾਡੇ ਕੋਲ ਉਹ ਨਹੀਂ ਹੈ, ਕੋਈ ਵੀ ਸਹੂਲਤ ਨਹੀਂ ਹੈ। ਸਰਕਾਰ ਨੇ 5.5 ਲੱਖ ਰੁਪਏ ਦਾ ਪਤਾ ਨਹੀਂ ਕੋਈ ਪੈਕੇਜ ਦਿੱਤਾ ਹੈ, ਉਹ ਵੀ ਕਿਸੇ ਨੂੰ ਜਿਹਨੂੰ ਕੋਈ ਤਕੜਾ ਬੰਦਾ ਸਾਂਝ ਵਾਲਾ ਉਹ ਬਣਾ ਗਿਆ, ਤੇ ਜਿਹੜਾ ਮੇਰੇ ਵਰਗਾ ਗਰੀਬ ਹੈ ਉਹਨੂੰ ਕੀ ਨਾ ਪੁੱਛਣਾ ਉੱਥੇ। ਤੇ ਗੁਰੂ ਨਾਨਕ ਪਹਿਲਾ ਪੈਗੰਬਰ ਆਇਆ, ਬਾਬਾ ਜੀ ਨੇ ਵੀ ਗਰੀਬਾਂ ਦੀ ਮਦਦ ਕੀਤੀ, ਖੁੱਲ੍ਹ ਕੇ ਮਦਦ ਕੀਤੀ, ਉਹਨਾਂ ਨੂੰ ਚੁੱਕਣ ਦਾ ਯਤਨ ਕੀਤਾ। ਤੇ ਗੁਰੂ ਨਾਨਕ ਨੂੰ ਗਰੀਬ ਨਵਾਜ਼ ਕਰਕੇ ਜਾਣਿਆ ਗਿਆ, ਨਿਮਾਣਿਆਂ ਦਾ ਮਾਣ ਕਰਕੇ ਜਾਣਿਆ ਗਿਆ, ਦਤਾਣਿਆਂ ਦਾ ਤਾਣ ਕਰਕੇ ਜਾਣਿਆ ਗਿਆ।
ਤੇ ਗੁਰੂ ਨਾਨਕ ਨੇ ਠੋਕ ਕੇ ਰਾਜਨੀਤਿਕ ਬੰਦੇ ਨੂੰ, ਅੱਜ ਅਸੀਂ ਰਾਜਨੀਤਿਕ ਬੰਦਿਆਂ ਦੇ ਪੈਰ ਚੱਟਣ ਦੇ, ਤਲੂਏ ਚੱਟਣ ਦੇ ਆ, ਉਹਨੇ ਠੋਕ ਕੇ ਕਿਹਾ ਵੀ ਬਾਬਰ ਤੂੰ ਜਾਬਰ ਹੈ, ਤੂੰ ਇਹ ਪਬਲਿਕ ਨੂੰ ਦੰਗ ਕਰ ਰਿਹਾ ਹੈ। ਇਹ ਗੱਲ ਗੁਰੂ ਗੋਬਿੰਦ ਸਿੰਘ ਵੀ ਔਰੰਗਜ਼ੇਬ ਨੂੰ ਕਹਿ ਰਹੇ ਨੇ, ਔਰੰਗਜ਼ੇਬ ਤੂੰ ਭੇੜੀਆ ਹੈ, ਭੇੜੀਆ, ਮਚਲਾ ਭੇੜੀਆ ਤੂੰ, ਉੱਤੋਂ ਮਾਲਾ ਫੜੀਏ, ਵਿੱਚੋਂ ਤੂੰ ਲੋਕਾਂ ਨੂੰ ਦੀਨ ਦੇ ਵਿੱਚ ਲਿਆਉਣ ਵਾਸਤੇ ਜ਼ੁਲਮ ਕਰ ਰਿਹਾ, ਚੰਗੇ ਚੰਗੇ ਫਕੀਰਾਂ ਦਾ ਕਤਲ ਕਰ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਵਰਗਿਆਂ ਬੰਦਿਆਂ ਨੂੰ ਜਿਹੜੇ ਬੰਦਗੀ 'ਚ ਭਰਪੂਰ ਹੋਏ ਨੇ, ਉਹਨਾਂ ਦਾ ਤੂੰ ਸਿਰ ਲਹਾਣ ਲੱਗਿਆ। ਇਹ ਤੇਰਾ ਰਾਜ ਨਹੀਂ ਰਹੇਗਾ। ਔਰ ਠੀਕ ਰਾਜ ਖਤਮ ਹੋਇਆ ਉਹਨਾਂ ਦਾ। ਮੇਰਾ ਕਹਿਣ ਤੋਂ ਇੱਕੋ ਆਈਡੀਆ, ਮੈਂ ਕੋਈ ਸਬਜੈਕਟ ਬਣਾ ਕੇ ਨਹੀਂ ਤੁਹਾਡੇ ਨਾਲ ਸਾਂਝ ਪਾਣੀ ਹੁੰਦੀ, ਵੀ ਅੱਜ ਸਾਡਾ ਸਮਾਂ ਆ ਗਿਆ, ਸਾਰੇ ਆਪਾਂ ਖੰਡੇ ਦੀ ਪੌਲ ਛਕੀਏ। ਕਿਸੇ ਬਾਹਮਣ ਕੋਲ ਪੱਤਰੀ ਖਿਲਾਣ, ਜਾਦੂ ਟੂਣੇ, ਧਾਗੇ, ਤਵੀਤ, ਜੰਤਰ ਮੰਤਰ, ਦੇਹਧਾਰੀ ਪ੍ਰਥਾ, ਇਹ ਸਾਰੀ ਬੰਦ ਸ਼ਬਦ ਗੁਰੂ ਅੱਗੇ ਕੀਤਾ ਹੈ। ਇਹਦੇ ਨਾਲ ਜੁੜੀਏ। ਹਰ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜੰਮਣ ਤੋਂ ਪਹਿਲਾਂ ਪਹੁੰਚੇ ਹੋਏ ਨੇ, ਤੇ ਗੁਰਦੁਆਰੇ ਤੁਹਾਡੇ ਜਿਹੜੇ ਨੇ ਉਹ ਪਿੰਡ ਦੇ ਪਾਰਟੀਬਾਜ਼ੀ ਵਿੱਚ ਆਏ ਹੋਏ ਨੇ। ਉੱਥੇ ਕੋਈ ਵੀ ਬੰਦਾ ਪਿੰਡ ਦਾ ਬੈਠਣਾ ਨਹੀਂ ਚਾਹੁੰਦਾ, ਨਾ ਤੁਹਾਡੇ ਕੋਲ ਚੰਗਾ ਐਜੂਕੇਟਡ ਗ੍ਰੰਥੀ ਰੱਖਿਆ ਤੁਸੀਂ, ਉਹਦਾ ਕੋਈ ਸਤਿਕਾਰ ਨਹੀਂ ਕੌਮ ਵਿੱਚ। ਜਿਹੜੇ ਬੰਦੇ ਨੂੰ ਕੋਈ ਵੀ ਰੁਜ਼ਗਾਰ ਨਹੀਂ ਹੈ, ਜਾਂ ਕੋਈ ਵੀ ਉਹਦਾ ਕੰਮ ਨਹੀਂ ਹੈ, ਉਹਨਾਂ ਵਿਚਾਰੇ ਨਾਲ ਤੁਹਾਨੂੰ ਨਹੀਂ ਪਤਾ ਵੀ ਠੀਕ ਪੜ੍ਹਦਾ ਕਿ ਗਲਤ ਪੜ੍ਹਦਾ। ਉਹ ਜਿੱਦਾਂ ਪੜ੍ਹ ਗਿਆ ਨਾ ਤੁਸੀਂ ਸੁਣਨਾ ਹੈ। ਤੁਸੀਂ ਇੱਕ ਧਰਮ ਨੂੰ ਹੌਲੀ ਹੌਲੀ ਰਸਮ ਤੱਕ ਲੈ ਚੁੱਕੇ ਆ। ਇਸ ਕਰਕੇ ਨਸ਼ਾ ਪੰਜਾਬ 'ਚ ਵੱਧ ਗਿਆ, ਤੇ ਮੜੀਆਂ ਮਸਾਣਾਂ ਦੀ ਪੂਜਾ ਹੋ ਰਹੀ ਹੈ। ਧਾਗੇ ਤਵੀਤ ਸਿੱਖਾਂ ਦੀਆਂ ਗਲਾਂ 'ਚ ਪਏ ਨੇ, ਰੱਖੜੀਆਂ ਸਿੱਖ ਬੰਨ੍ਹਣ ਡੇ ਨੇ। ਇਹਨਾਂ ਨੂੰ ਜਾਗਰੂਕ ਕਰਾਇਆ ਨਹੀਂ ਜਾਂਦਾ। ਸਿਰਫ ਇਹੋ ਹੀ ਆ ਵੀ ਇਹਨਾਂ ਦੇ ਜਿਹੜੇ 5-4 ਕੰਮ, ਇਹਨਾਂ ਦੇ ਆਨੰਦ ਕਾਰਜ ਕਰ ਦਿਓ। ਮੈਂ ਨਾ ਕੋਈ ਵੀ ਮੁਸਲਮਾਨ ਈਸਾਈਆਂ ਦਾ ਨਿਕਾਹ ਨਹੀਂ ਪੜ੍ਹੇਗਾ, ਹਿੰਦੂਆਂ ਦਾ ਵਿਆਹ ਨਹੀਂ ਪੜ੍ਹੇਗਾ। ਕੋਈ ਵੀ ਮੁਸਲਮਾਨ ਜਿਹੜਾ ਸਿੱਖਾਂ ਦੇ ਨਹੀਂ, ਉਹਨਾਂ ਨੂੰ ਕਹੂਗਾ ਵੀ ਜੇ ਸਾਡੇ ਕੋਲ ਨਿਕਾਹ ਕਰਾਉਣਾ, ਕਾਜੀ ਕਹੂਗਾ ਪਹਿਲਾਂ ਕਲਮਾ ਪੜ੍ਹ ਤੇ ਮੁਸਲਮਾਨ ਬਣ ਫੇਰ ਆ। ਤੇ ਅਸੀਂ ਜਿਹੜੇ ਮਰਜ਼ੀ ਆਨੰਦ ਕਾਰਜ ਕਰ ਦਿੰਦੇ, ਕੋਈ ਗੱਲ ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਉਹਨੂੰ ਆਪਾਂ ਫਤਿਹ ਬੁਲਾਣੀ ਜਾਂ ਸਿੱਖੀ ਧਾਰਨ ਕਰਨੀ, ਇਹ ਗੱਲਾਂ ਉਹਦੇ 'ਚ ਕੋਈ ਨਹੀਂ ਹੈ। ਇਸ ਕਰਕੇ ਅੱਜ ਤੁਹਾਨੂੰ ਥੋੜ੍ਹਾ ਜਾਗਣਾ ਪੈਣਾ। ਧੀਆਂ ਨੂੰ ਵੀ ਕਈ ਵਾਰ ਅਰਦਾਸ ਬੇਨਤੀ ਕਰਦਾ ਵੀ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਇਹ ਗੱਲ ਲਿਖੀ ਹੈ ਕਿ ਸਿੱਖਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਹਿੰਦੁਸਤਾਨ ਦੇ ਸੰਵਿਧਾਨ ਵਿੱਚ 9 ਇੰਚੀ ਦੀ ਕਿਰਪਾਨ ਪਾ ਕੇ ਸਿੱਖ ਤੇ ਸਿੱਖਣੀ, ਇਹ ਪਹਿਲੀ ਸਿੱਖਣੀ ਹੈ ਜਿਹਦੇ ਕੋਲ ਇੱਕ ਦੁਨੀਆ 'ਚ ਹਰ ਧਰਮ ਵਿੱਚ ਹਥਿਆਰ ਨਹੀਂ ਦਿੱਤਾ। ਇਹ ਪਹਿਲਾ ਧਰਮ ਹੈ ਖਾਲਸਾ ਪੰਥ ਜਿੱਥੇ ਇੱਕ ਜਨਾਨੀ ਨੂੰ ਵੀ ਹਥਿਆਰ ਦਿੱਤਾ ਗਿਆ, 9 ਇੰਚੀ ਦੀ ਕਿਰਪਾਨ ਦਿੱਤੀ ਗਈ। ਜੇ ਅੱਜ ਪੰਜਾਬ ਦੇ 60 ਬੰਦੇ ਕਿਰਪਾਨ ਪਾ ਕੇ ਫਿਰਨ, ਵਿੱਚੇ ਬੀਬੀਆਂ ਪਾ ਕੇ ਫਿਰਨ ਉੱਤੋਂ ਦੀ, ਤੇ ਜਿੱਥੇ ਵੀ ਇੱਕ ਦੂਜੇ ਨੂੰ ਮਿਲਣ ਤੇ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਅਸੀਂ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੈ। ਇਹ ਅਸੀਂ ਇੱਕ ਦੂਜੇ ਨੂੰ ਚੇਤੇ ਕਰਾਣੇ ਸਾਰੇ ਦਿਨ 'ਚ। ਇਸੇ ਸਾਡਾ ਸਿਧਾਂਤ ਪਿਆਰਿਓ। ਇਸ ਕਰਕੇ ਪੂਜਾ ਸ਼ਬਦ ਦੀ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਸਾਧ ਸੰਗਤ ਖਾਲਸੇ ਦਾ, ਇਹ ਸਾਡੇ 3 ਮੋਟੋ ਗੁਰੂ ਗੋਬਿੰਦ ਸਿੰਘ ਤੋਂ ਸਾਨੂੰ ਲੱਗੂ ਹੋਏ ਨੇ। 3 ਮੋਟੋ ਜਿਹੜੇ ਨੇ, ਪਹਿਲੇ ਸਾਡੇ ਥੰਮ ਨੇ ਗੁਰੂ ਨਾਨਕ ਦੇਵ ਜੀ, ਧਰਮ ਦੀ ਕਿਰਤ ਕਰਨੀ, ਵਿਹਲੇ ਬਹਿ ਕੇ ਰੋਟੀ ਨਹੀਂ ਖਾਣੀ, ਵੰਡ ਛਕਣਾ, ਨਾਮ ਜਪਣਾ। ਇਹ 3 ਕੰਮ ਪਹਿਲੇ। ਅੰਦਰ ਦੀ ਰਹਿਤ ਰੱਖਣੀ, ਕਦੇ ਪਰਇਸਤਰੀਗਾਮੀ ਨਹੀਂ ਹੋਣਾ। ਸਿੱਖ ਖਾਲਸਾ ਪੰਥ 'ਚ ਪਾਬੰਦੀਆਂ ਲਾਤੀਆਂ, ਕਦੇ ਕੇਸ ਨਹੀਂ ਕਟਾਣੇ। ਹੁਣ ਕੁਛ ਮੈਂ ਨੌਜਵਾਨ ਦੇਖਦਾ ਸਾਡੇ ਇਸ ਏਰੀਏ ਨਾਲ ਜੁੜੇ ਜਿਹੜੇ ਉਹ ਬਾਬਾ ਜੀ ਦੀ ਉਦਾਹਰਣ ਦਿੰਦੇ ਨੇ ਕਿ ਬਾਬਾ ਜੀ ਨਾਲ ਕਿਹੜੇ ਦਾੜੀ ਰੱਖੀ ਸੀ, ਹਜੇ ਕਿ ਉਹਨਾਂ ਦੀ ਦਾੜੀ ਹੈ। ਐਸੀ ਕੋਈ ਗੱਲ ਨਹੀਂ। ਔਰ ਇੱਕ ਮੈਂ ਗੱਲ ਜ਼ਰੂਰ ਬੇਨਤੀ ਕਰੂੰਗਾ ਕਿ ਉਹਨੇ ਕਦੇ ਵੀ ਜ਼ਿੰਦਗੀ ਭਰ ਕਿਸੇ ਨਾਈ ਕੋਲ ਜਾ ਕੇ ਆਪਣੀ ਦਾੜੀ ਨੂੰ ਹੱਥ ਨਹੀਂ ਲਵਾਇਆ ਹੋਇਆ। ਇਹ ਨੌਜਵਾਨ ਆਪ ਕੀ ਕਰਦੇ ਨੇ? ਇਹ ਉਹਨੇ ਸਾਰੀ ਜ਼ਿੰਦਗੀ ਸਾਬਣ ਨਹੀਂ ਵਰਤਿਆ, ਕੇਵਲ ਜੇਬ ਵਿੱਚ ਸੋਡੇ ਦੀ ਛੋਟੀ ਜੀ ਗੰਢ ਬੰਨੀ ਹੁੰਦੀ ਸੀ, ਸੋਡਾ ਟਾਕੀ 'ਚ ਬੰਨਿਆ ਹੁੰਦਾ ਸੀ। ਉਹ ਕਦੀ ਕਦਾਈ ਥੋੜ੍ਹਾ ਹੱਥ 'ਤੇ ਮਲ ਕੇ ਲਾ ਕੇ ਪਾਣੀ, ਤੇ ਉਹਨੂੰ ਸਿਰ 'ਤੇ ਲਾ ਲੈਣਾ ਜਾਂ ਆਪਣੀ ਦਾੜੇ ਨੂੰ ਲਾ ਲੈਣਾ, ਬਸ। ਬਾਕੀ ਪਿੰਡੇ 'ਤੇ ਕਦੇ ਸਾਬਣ ਨਹੀਂ ਲਾਇਆ, ਤੇਲ ਨਹੀਂ ਕਦੇ ਲਾਇਆ। ਪੂਰਾ ਸਾਡੇ ਵਾਂਗੋਂ ਪਜਾਮਾ ਜਾਂ ਗਿੱਟਿਆਂ ਤੱਕ ਕਦੇ ਵੀ ਕੋਈ ਕੱਪੜੇ ਦਾ ਸੇਵਨ ਨਹੀਂ ਕੀਤਾ। ਔਰ ਉਹਨੇ ਕਿਹਾ ਵੀ ਹਾਈ ਤਾਂ ਫਿਰ ਉਦਣ ਕਹਿ ਦਿੱਤਾ ਵੀ ਲੋਕ ਕਹਿੰਦੇ ਨੇ ਮੇਰੀ ਪੱਗ ਦੀ ਲਾਜ ਰੱਖੀ, ਅਸੀਂ ਲਾ ਦਿੱਤੀ। ਅਸੀਂ ਕਿਹਾ ਵੀ ਹੁਣ ਸਾਡੀ ਲੱਥੀ
ਦੀ ਲਾਜ ਰੱਖ ਲਈ, ਉਹੇ ਪਰਨਾ ਜਿਹਾ ਬਲੇਟ ਲਿਆ, ਸਾਰੀ ਜ਼ਿੰਦਗੀ ਪਰਨੇ ਨਾਲ ਕੱਢੀ ਹੈ। ਤੇ ਲਾਣਾ ਮੰਜਾ ਹੱਥੀਂ ਬਾਣ ਵੱਟ ਕੇ ਤਿਆਰ ਕੀਤਾ ਹੋਇਆ। ਸਾਰੀ ਗੱਲਾਂ ਤੋਂ ਰੀਸ ਕਰੋ, ਸਾਰੀ ਰਾਤ ਜਾਗਣਾ। ਤੁਸੀਂ ਵੀ ਇੱਦਾਂ ਕਰੋ, ਫਿਰ ਜੇ ਕੇਸੇ ਕਟਾਣੇ ਆ ਫਿਰ ਉੱਦਾਂ ਕਰੋ ਸਾਰੇ। ਨਾ ਛੱਡ ਦੋ ਟੋਪੀਆਂ ਪੈਂਟਾਂ ਸਾਰੀਆਂ, ਫਿਰ ਛੱਡ ਦੋ। ਨਾਈਆਂ ਕੋਲ ਜਾਣਾ ਛੱਡ ਦੋ, ਘੱਟੋ ਘੱਟ ਛੱਡੋ। ਸਹੀ ਕੁਛ ਐਵੇਂ ਅਗਲੇ ਦਾ ਨਾਂ ਲੈ ਕੇ ਸਮਾਂ ਸਾਡੀ ਹੋਰ ਤਰੀਕੇ ਦੀ ਛਵੀ ਦਿਖਾਲੀ ਜਾਂਦੀ ਹੈ। ਇਸ ਕਰਕੇ ਦਾਸ ਇੱਕ ਬੇਨਤੀ ਕਰਦਾ, ਤੁਸੀਂ ਬਹੁਤ ਦੂਰੋਂ ਦੁਰਾਡੇ ਇਕੱਠੇ ਹੋਏ ਆ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਵੀ ਅੱਜ ਸਾਨੂੰ ਲੋੜ ਹੈ, ਮਹਿੰਗਾਈ ਨਾਲ ਸਾਡਾ ਲੱਕ ਤੋੜ ਦੇਣਾ। ਮੈਂ ਤਾਂ ਇੱਥੋਂ ਤੱਕ ਵੀ ਲੋਕਾਂ ਨੂੰ ਕਹਿਣ ਲੱਗ ਪਏ ਵੀ ਤੁਸੀਂ ਸਾਈਕਲਾਂ 'ਤੇ ਚੱਲਣ ਲੱਗ ਪਓ, ਮੋਟਰਸਾਈਕਲ ਬੰਦ ਕਰ ਦਿਓ, ਗੱਡੀਆਂ ਬੰਦ ਕਰ ਦਿਓ, ਬੰਬੀਆਂ ਬੰਦ ਕਰ ਦਿਓ। ਪਹਿਲੇ ਵਾਲੇ 70 ਸਾਲ ਪਿੱਛੇ ਚਲੇ ਜਾਓ, ਉਹੇ ਹਲ ਬਾਹੋ ਡੰਗਰ ਜੋੜ ਕੇ ਉਸੇ ਤਰੀਕੇ ਨਾਲ ਕੇਰਾ ਕਰੋ, ਉੱਦਾਂ ਹੀ ਕਣਕਾਂ ਆਪ ਵੱਢੋ, ਉਸੇ ਤਰੀਕੇ ਨਾਲ ਖਲੀਆਂ ਲਾਓ, ਉੱਦਾਂ ਹੀ ਫਲੇ ਜੋੜੋ, ਉੱਦਾਂ ਹੀ ਪਿੜ ਬਣਾਓ, ਉੱਦਾਂ ਹੀ ਮਿੱਟੀ ਦੇ ਘਰ ਬਣਾਓ, ਉੱਥੇ ਹੀ ਆ ਜਾਓ ਤੇ ਤੁਹਾਡੀ ਆਨੰਦ ਬਣ ਜਾਏਗਾ। ਉਸ ਟਾਈਮ 'ਚ ਕਿਸੇ ਵੀ ਮੇਰੀ ਮਾਂ ਨੇ ਬੱਚਾ ਹਸਪਤਾਲ ਨਹੀਂ ਜੰਮਿਆ। ਇੱਥੇ ਹਸਪਤਾਲ ਨਹੀਂ ਸੀ ਹੁੰਦੇ, ਨਾ ਟੀਕੇ ਹੁੰਦੇ ਸੀ, ਨਾ ਦਵਾਈਆਂ ਹੁੰਦੀਆਂ ਸੀ। ਇਹ ਤੁਸੀਂ ਤਰੱਕੀ ਨਹੀਂ ਕੀਤੀ ਹੋਈ, ਤੁਸੀਂ ਗਰਕ ਵਾਲੇ ਪਾਸੇ ਤੁਰੇ ਜਾਂਦੇ। ਜਿਹੜੇ ਮੇਰੇ ਬਾਬਾ ਜੀ ਦੇ ਬਚਨ ਨੇ ਕਿ ਦੁੱਖ ਦਾਰੂ ਸੁੱਖ ਰੋਗ, ਅੱਜ ਉਹ ਸੁੱਖ ਸਾਨੂੰ ਰੋਗੀ ਕਰਕੇ ਬੈਠੇ ਨੇ। ਸਾਡਾ ਕਿਸੇ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਬੰਦੇ ਦਾ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਜਨਾਨੀ ਦਾ ਵੀ ਕੰਮ ਕਰਨ ਨੂੰ ਜੀ। ਤੇ ਨਵੀਆਂ ਨਵੀਆਂ ਮਸ਼ੀਨਾਂ ਆਈ ਜਾਂਦੀਆਂ ਵੀ ਇਹਨਾਂ ਦਾ ਕੰਮ ਹੋਏ ਨਾ। ਇੱਥੋਂ ਤੱਕ ਜਿਹੜੀ ਸਾਇੰਸ ਗਾਲ ਚਲੇ ਗਈ ਵੀ ਜੇ ਤੁਸੀਂ ਬੂਹਾ ਬੰਦ ਕਰਨਾ, ਹੁਣ ਤੁਸੀਂ ਕਦੇ ਇੱਦਾਂ ਤੁਹਾਨੂੰ ਹੱਥ ਲਾ ਕੇ ਧੱਕਣ ਦੀ ਬੋਝ ਨੂੰ ਲੋੜ ਨਹੀਂ, ਉਹਦੇ ਅੱਗੇ ਖੜ ਜਾਓ ਤੇ ਬੂਹਾ ਖੁੱਲ੍ਹ ਜਾਊਗਾ, ਤੁਸੀਂ ਗਾਂਹ ਲੰਘ ਜਾਓਗੇ ਤੇ ਬੂਹਾ ਆਪੇ ਹੀ ਵੱਜ ਜਾਊਗਾ। ਤੁਹਾਨੂੰ ਟੂਟੀ ਦਾ ਐ ਸੁੱਚ ਰਵਾਉਣ ਦੀ ਲੋੜ ਨਹੀਂ, ਅੱਗੇ ਜਾ ਕੇ ਹੱਥ ਕਰੋ ਥੱਲੇ ਤੇ ਪਾਣੀ ਵਗਣ ਲੱਗ ਪਊਗਾ। ਮਤਲਬ ਤੁਹਾਨੂੰ ਨਕਾਰਾ ਕੀਤਾ ਜਾ ਰਿਹਾ ਵੀ ਤੁਸੀਂ ਹਿੱਲੋ ਹੀ ਨਾ, ਤੇ ਫਿਰ ਕਿੱਥੇ ਜਾਓਗੇ? ਹਸਪਤਾਲ 'ਚ ਜਾਓਗੇ, ਧੱਕੇ ਖਾਓਗੇ, ਇੰਨੇ ਟੀਕੇ ਲਵਾਓਗੇ। ਇਸ ਕਰਕੇ ਇੰਨੀ ਬਿਮਾਰੀ ਵੱਧ ਜਾਏਗੀ, ਇਹਨਾਂ ਡਾਕਟਰਾਂ ਨੂੰ ਕੋਈ ਵੀ ਟ੍ਰੀਟਮੈਂਟ ਨਹੀਂ ਲੱਭੇਗਾ। ਮਹਿੰਗਾਈ ਇੰਨੀ ਵੱਧ ਜਾਏਗੀ ਇਸ ਦੇਸ਼ ਵਿੱਚ। ਤੁਹਾਨੂੰ ਉਹ ਹੁਣ ਚੇਤਾ ਆਉਣਾ ਵੀ ਅਸੀਂ ਆਜ਼ਾਦ ਹੋਏ ਹਾਂ ਕਿ ਗੁਲਾਮ ਹੋਏ ਹਾਂ। ਆਉਣ ਲੱਗਿਆ ਸਮਾਂ ਬਹੁਤ ਜਲਦੀ। ਇਹ ਸਾਰਾ ਕੁਝ ਸਾਡੇ ਕੋਲ ਮੇਨਟੇਨ ਨਹੀਂ ਹੋਣਾ ਜਿਹੜਾ ਅਸੀਂ ਕਰੀ ਜਾਂਦੇ ਕੰਮ। ਇਹ ਸਾਡੇ ਕੋਲ ਇੰਨੀਆਂ ਬਿਲਡਿੰਗਾਂ ਮੇਨਟੇਨ ਨਹੀਂ ਹੋਣੀਆਂ। ਮਹਿੰਗਾਈ ਵਧਣੀ ਹੈ, ਆਮਦਨ ਬਿਲਕੁਲ ਥੱਲੇ ਆ ਜਾਣੀ ਹੈ। ਆ ਥੋੜ੍ਹੇ ਚਿਰ 'ਚ ਤੁਸੀਂ ਦੇਖੋ, ਜਿਹੜੀ 450 ਦੀ ਗੈਸ ਸੀ ਅੱਜ 900 ਨੂੰ ਹੋਈ ਵੀ ਹੈ। ਜਦੋਂ ਕਰੋਨਾ ਇਹਨੇ ਇੱਥੇ ਛੱਡ ਦਿੱਤਾ, ਉਦੋਂ ਸਾਡਾ ਡੀਜ਼ਲ 75 ਰੁਪਏ ਸੀ, ਅੱਜ ਉਹ 100 ਰੁਪਏ ਨੂੰ ਹੱਥ ਲਾ ਗਿਆ। ਜੇ ਤੁਸੀਂ ਨਾ ਵਰਤੋ ਤਾਂ ਡੀਜ਼ਲ ਥੱਲੇ ਆਏਗਾ, ਤੁਸੀਂ ਬੱਤੀ ਨਾ ਵਰਤੋ ਤੇ ਬੱਤੀ ਸਰਪਲਸ ਹੋ ਜਾਏਗੀ। ਅਸੀਂ ਪਹਿਲੇ ਬਿਨਾਂ ਬੱਤੀ ਤੋਂ ਜ਼ਿੰਦਗੀ ਕੱਟੀ ਹੈ, ਲਾਲਟਣਾ ਬਣ ਕੇ ਅਸੀਂ ਪੜ੍ਹਾਈ ਕੀਤੀ ਹੈ, ਪੈਦਲ ਤੁਰ ਕੇ ਅਸੀਂ 8-8 ਕਿਲੋਮੀਟਰ ਸਕੂਲ ਨੂੰ ਗਏ ਹਾਂ ਥੈਲੇ ਚੁੱਕ ਕੇ। ਹੁਣ ਤੁਹਾਡੇ ਬੱਚੇ ਘਰ ਤੋਂ ਬੱਸ ਪੜ੍ਹਨਾ ਚਾਹੁੰਦੇ ਨੇ ਤੇ ਵਧੀਆ ਯੂਨੀਫਾਰਮ ਪਾਣੀ ਚਾਹੁੰਦੇ ਨੇ, ਆਏ ਉਹਨੂੰ ਕੱਖ ਵੀ ਨਾ। ਤਾਂ ਮੈਂ ਅਰਦਾਸ ਕਰਨਾ ਕਈ ਵਾਰ ਵੀ ਤੁਸੀਂ ਸਰਕਾਰੀ ਸਕੂਲਾਂ ਨੂੰ ਲਾਗੂ ਕਰੋ, ਉਹਨਾਂ 'ਤੇ ਆਪਣੇ ਬੱਚੇ ਮਾੜੇ ਮੋਟੇ ਪਾਓ, ਸਰਕਾਰੀ ਹਸਪਤਾਲਾਂ 'ਚ ਜਾਓ, ਪ੍ਰਾਈਵੇਟ ਹਸਪਤਾਲਾਂ 'ਚ ਨਾ ਧੱਕੇ ਖਾਓ। ਤੇ ਜੇ ਤੁਸੀਂ ਸਿਹਤ ਦੇ ਅਸੂਲਾਂ ਦੀ ਪਾਲਣਾ ਕਰੋਗੇ ਤਾਂ ਹੀ ਸਿਹਤਮੰਦ ਰਹੋਗੇ। ਖਾਣਾ ਠੀਕ ਰੱਖੋ, ਪੈਸਟੀਸਾਈਡ ਬੰਦ ਕਰ ਦਿਓ, ਖਾਦਾਂ ਬੰਦ ਕਰੋ। ਜੇ ਤੰਦਰੁਸਤੀ ਹੈ ਤੇ ਸਭ ਕੁਝ ਹੈ, ਜੇ ਤੰਦਰੁਸਤੀ ਨਹੀਂ ਤੇ ਦੁਨੀਆ ਦਾ ਕੋਈ ਵੀ ਸੁੱਖ, ਜਿੰਨਾ ਮਰਜ਼ੀ ਵਧੀਆ ਤੁਹਾਡੀ ਕੋਠੀ ਹੋਏ, ਜਿੰਨੀ ਮਰਜ਼ੀ ਤੁਹਾਡੇ ਕੋਲ ਵਧੀਆ ਗੱਡੀ ਹੋਏ, ਜੇ ਤੁਹਾਨੂੰ ਢਿੱਡ ਪੀੜ ਪਈ ਹੈ ਤੇ ਤੁਹਾਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਣੀ। ਉਹ ਦਿਨ ਨੂੰ ਚੇਤੇ ਕਰੋ। ਦੋ ਗੱਲਾਂ ਖਾਸ ਮਨੁੱਖਤਾ ਨੂੰ ਭੁਲਾਈਆਂ ਗਈਆਂ ਨੇ ਮਾਇਆ ਦੇ ਪ੍ਰਭਾਵ ਥੱਲੇ। ਇੱਕ ਮੌਤ ਭੁਲਾਈ ਹੋਈ ਹੈ ਵੀ ਮੈਂ ਖਾਲੀ ਕਿੱਦਾਂ ਜਾਣਾ ਇੱਥੋਂ ਤੁਰ ਕੇ। ਇੱਕ ਇਹਨੂੰ ਭੁਲਾਇਆ ਹੋਇਆ ਕਿ ਮਰਨ ਤੋਂ ਬਾਅਦ ਜਿਹੜਾ ਲੇਖਾ ਹੋਣਾ, ਉਹ ਇਹਨਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਪਬਲਿਕਲੀ ਕਿ ਮਰ ਕੇ ਤੁਸੀਂ ਮੁੱਕ ਜਾਣਾ, ਮਰ ਕੇ ਤੁਸੀਂ ਮੁੱਕ ਜਾਣਾ। ਤੇ ਬਾਣੀ ਸਾਰੀ ਇਸ ਗੱਲ ਤੋਂ ਦੋਸ਼ ਦੇ ਰਹੀ ਹੈ ਕਿ ਮਰ ਕੇ ਕੱਲੇ ਕੱਲੇ ਦਾ ਲੇਖਾ ਹੋਣਾ। ਸਭਨਾ ਕਾ ਦਰ ਲੇਖਾ ਹੋ, ਸਭਨਾ ਕਾ, ਮੁਸਲਮਾਨਾਂ ਦਾ। ਇਹ ਗੱਲ ਮੁਸਲਮਾਨਾਂ ਨੂੰ ਕਹੀ ਬਾਬੇ ਨਾਲ। ਉਹ ਆਂਦਾ ਹਿੰਦੂ ਵੱਡਾ ਕਿ ਮੁਸਲਮਾਨ? ਬਾਬਾ ਜੀ ਕਹਿੰਦੇ ਵੀ ਨਾ, ਜਿਹਦੇ ਕੰਮ ਅਮਲ ਮਾੜੇ ਹੋਣਗੇ ਉਹ ਜ਼ਿਆਦਾ ਫੜਿਆ ਜਾਏਗਾ ਉੱਥੇ। ਇਸ ਕਰਕੇ ਜੇ ਅਸੀਂ ਸਾਰੇ ਬੰਦੇ ਸੱਚ ਬੋਲੀਏ, ਅਸੀਂ ਕਿਸੇ ਦਾ ਹੱਕ ਨਾ ਖਾਈਏ, ਆਪਣੀ ਕਮਾਈ ਕਰਕੇ ਉਹਦੇ 'ਚ ਆਪਣੇ ਬੱਚਿਆਂ ਨੂੰ ਪਰਵਰਿਸ਼ ਕਰੀਏ, ਬੇਈਮਾਨੀ ਦੀ ਠੱਗੀ ਠੋਰੀ ਦੀ ਕਮਾਈ ਘਰ ਨਾ ਲਿਆਈਏ, ਕੋਈ ਵੀ ਸਾਡਾ ਬੰਦਾ ਨਸ਼ਾ ਨਾ ਪੀਏ, ਕੋਈ ਵੀ ਅਸੀਂ ਜਿਹੜੇ ਹੈ ਦੂਜੇ ਦਾ ਬੁਰਾ ਨਾ ਸੋਚੀਏ ਵੀ ਦਾ ਰਹੇ ਕੱਖ ਨੇ, ਮੇਰੇ ਘਰ ਬਣ ਜੇ ਸਾਰਾ ਉੱਜੜ ਜਾਏ ਇਲਾਕਾ। ਇੱਦਾਂ ਦੀਆਂ ਉੱਲੂਆਂ ਵਾਲੀਆਂ ਸੋਚਾਂ ਅਸੀਂ ਨਾ ਰੱਖੀਏ।
जे करिए तो किसी का भला करिए, बोलीए तो बोलीए सच, धर्म झूठ ना बोलीए, गुरबाणी कह रही है। अज सारा बोलबाला झूठ का होया पिया, झूठे परचे दर्ज हो रहे हैं। राजनीतिक बंदा सानू तंग कर रहा, साडे कोलों वोटां लैके असीं वोटां पा के हुण किद्दां की हालत साडी होंदी है, किन्ना चिर सानू सड़कां ते रुलदियां होण डिया, कौन साडी गल पुछण डिया, असीं आपो च ही लड़ी जाने। इस करके कौम नूं इकट्ठिया करके अगे वधाना ये अज साडा फर्ज बनदा, कौम विच रलना, ताकि जिहड़ी कौम इन्नी औखे तैयार की गई है अज असीं उहदे सारे खड़े होईए। एक न्याणा रह गया, पहला साढ़े 6-6 न्याणे सी, कोई इत्थे कार से इन्हां नूं वीरां नूं चाहीदा, इन्ने गुरुद्वारे का प्रबंध करने वास्ते 4 बंदे चाहिए नहीं, 20 बंदे चाहिए घट्टो घट्ट, 20-25 बंदे उधर चाहिए ने परले पासे। हुण वो तनख्वाह ते रखने कि सेवा ते आने, बत्ती कितनी चाहिए है, ये सारी जिन्ना इन्वेस्ट होना ये संगतां दे सहयोग नाल सारा कुछ चलना। ਵਿਆਹਾਂ ਤੇ ਤੁਸੀਂ ਪੈਲਸਾਂ 'ਚ ਜਾ ਕੇ ਧੱਕੇ ਖਾਂਦੇ ਆ। ਰਹਿਤ ਮਰਿਆਦਾ ਕਿਸੇ ਨੂੰ ਵੀ, ਉਹ ਰਹਿਤ ਮਰਿਆਦਾ ਸਿੱਖ ਰਹਿਤ ਮਰਿਆਦਾ ਤੁਹਾਨੂੰ ਦੱਸਿਆ ਨਹੀਂ ਗਈ ਵੀ ਰਹਿਤ ਮਰਿਆਦਾ ਕੀ ਹੈ ਸਿੱਖਾਂ ਦੀ। ਹੰਨੇ ਹੰਨੇ ਸਾਡੀ ਗੱਲ ਖਰਾਬ ਹੋ ਗਈ ਵੀ ਹੈ। ਕੋਈ ਆਪਣੇ ਆਪ ਨੂੰ ਅਵਤਾਰ ਦਾ ਬੋਰਡ ਲਾ ਕੇ ਬਹਿ ਜਾਂਦਾ, ਕੋਈ ਕੁਛ ਲਿਖ ਲੈਂਦਾ, ਜੋ ਮਰਜ਼ੀ ਲਿਖ ਲਓ, ਪੁੱਛਣ ਵਾਲਾ ਕੋਈ ਬੰਦਾ ਨਹੀਂ ਹੈ ਵੀ ਕੀ ਲਿਖੀ ਜਾਂਦੇ ਨੇ ਕੀ ਨਹੀਂ ਲਿਖੀ ਜਾਂਦੇ। ਉਹਨਾਂ ਤੋਂ ਵੋਟਾਂ ਚਾਹੀਦੀਆਂ, ਬਸ ਵੋਟਾਂ ਦਿਓ ਉਹਨਾਂ ਨੂੰ, उन्हों की कुर्सी ना हिले, तुसी जो मर्जी करो जो मर्जी ना करो, पर वो बादशाह नहीं है जेड़े अपनी रईयत का भला नहीं लोचदा। इस करके अज सानू जागण की लोड़ है। हर एजुकेशन लो, जेड़े बच्चे ने वो बाहर जाण नालों इत्थे SSP लगन का यतन करो, इत्थे जज लगन का यतन करो, पंजाब विच इत्थे चंगे प्रोफैसर बनो, इत्थे जेड़े ने हर जिन्ने भी साडे उच्च रुतबे ने उन्होंने छूण का यतन करो। वो तुसी +2 नकल मार के करते हो, फिर तुसी बाहर नूं तुरे होने कुड़ियां नूं तैयार करके भी आईलेट ये करूगी। साडी ये हालत दिन प्रतिदिन निगरती जा रही है। कुड़ियां उत्थे जाके खराब हो रही ने, मुंडे उत्थे जाके नशियां च गलतान होंदे ने, इन्ना काम नहीं मिलता जिन्ना काम चाहिए। असीं लखां रुपये बर्बाद करके बैठ जाते हैं। इस करके बहुत टॉपिक ने जिहड़े तुहाडे साझे करन वाले। सो दास सिर्फ इक्को ही हत्थ जोड़ के बेनती हुंदी है भी सवेरे सारे उठ के गुरुद्वारे आओ, शाम को गुरुद्वारे जो जरूर जाओ, और गुरुद्वारे की गोलक च अपना पैसा पा के थोड़ी लोड़वंदियां की भी मदद करो। चंगा ग्रंथी सिंह रखो, आनंद कारज गुरुद्वारे च करो, मृतक भोग, क्योंकि गरीब ने अमीर ना दोहां ना इत्थे सामण होना, तो ये गुरु घर गरीबां वास्ता है, अमीर की परवाह नहीं करते। तो इस करके है चाहते हैं भी इन्हां दा बेचारियां दा ज़्यादा खर्च ना होए। सादा जिहा भुंजे बह के लंगर छको, तुसीं खड़े हो के छकन लग पे हैं। भईयां दे जिहड़े सिगरटां पीण वाले उन्हां दे हत्थ दा तुसीं प्रशादा छकण डे हैं। सिख धर्म विच असीं हत्थीं सारा काम करते रहे, पानी ढोंदे रहे, पखे चलते रहे, पींदे रहे। इस करके मेरी तो यह आप जी के चरणों च बेनती है, तुसीं बड़े अच्छे स्थान ते सजे हो भी आपां कुछ लैके जाइए। जे एवें है भी बस गुरुद्वारे गए, मत्था टेक लिया, मुड़ के शराब भी पी ली, झूठ भी बोल लिया, गंदे गाने भी सुन ले, तो कबर ते भी जाके तेल पाया वीरवारी, तो रखड़ी भी बन लई, तो मौली भी बन लई, तो कन्ना च बाले भी पा ले। जो होया लोगों को इत्थे जिहड़े नौजवान मुंडे ने, मैं उन्होंने देखण डिया, उन्होंने पता नहीं की कहते, टीटू कहते हैं, वो इत्थे बाहां भरियां पईयां, ना कोई गल ना कोई बात, 20-20 हज़ार रुपया लैके टीटू पाई जाते हैं। पैसा है नहीं जेब च, बुढ़ मोटरसाइकिल बुढ़ जेडे बड़े बड़े मोटरसाइकिल लैके वो डुग डुग करते तुरे फिरते हैं, काम कोई नहीं, बदमाशी ज़्यादा पैर रखन लग पे। अज थानू पिछे मुड़न की लोड़ आ रही है। समझो, हर एजुकेशन लो, सारे बंदे पहुँच सको, तो एक दूजे को फतेह बुलाओ, सिख रहत मर्यादा लागू करो, तो चंगे बंदे का सत्कार करांगे, चाहे हिंदू चंगा उन्होंने इज्जत देवांगे, चाहे मुसलमान चंगा, तो जोड़ा थोड़ा गलत काम करता उन्होंने चैलेंज भी करांगे भी भाई ये तेरा भी नुकसान है, तो तेरे आने वाली जनरेशन का भी नुकसान है, तो कौम का भी तू नुकसान कर रहा, ये नुकसान ना कर। पिंडा चो नशे किवें मकाने, थोड़ा फैसला होना, सरकारां फेल है इन्हां गम्मां च, तुसीं मकाने हुण किदां तुसीं घर घेरना जिथों नशा विकदा, किदां तुसीं उत्थे तख्तियां लिख के लाणियां भी बंदे ते या तां इहनूं FIR दर्ज करके इहनूं जेल सुट्टिया जाए, नहीं तो इनू असीं 2 रोटियां देनियां, ये काम असीं करांगे, इनू बाहर नहीं निकलन देना, डांगा वाले 5-4 बंदे बैठने पैने, या वो माफ़ी मंगे संगत को आके भी अगे तो मैं नहीं ये काम करूँगा, मेरा घर छड्ड दो।
ਉਹਨੂੰ ਤੰਗ ਨਹੀਂ ਕਰਨਾ, ਗਾਲ ਗਲੋਚ ਨਹੀਂ ਕਰਨਾ, ਸਿਰਫ ਘਰ ਘੇਰਨਾ ਵੀ ਤੈਨੂੰ ਬਾਹਰ ਨਹੀਂ ਨਿਕਲਣ ਦੇਣਾ ਪੁੱਤਰਾ, ਇੱਥੇ ਬੈਠ ਤੂੰ ਪਿੰਡ 'ਚ ਗੰਦ ਪਾਣ ਡਿਆ। ਜੇ ਨਹੀਂ ਕੁਛ ਵੀ ਕਰਨਾ ਫਿਰ ਧੱਕੇ ਖਾਣੇ ਆ ਤੇ ਖਾਓ, ਜਿੱਦਾਂ ਮਰਜ਼ੀ ਚੱਲੋ, ਅੱਗੇ ਲੇਖਾ ਜ਼ਰੂਰ ਮੈਨੂੰ ਵੀ ਦੇਣਾ ਪੈਣਾ, ਸਾਨੂੰ ਸਾਰਿਆਂ ਨੂੰ ਲੇਖੇ 'ਚੋਂ ਲੰਘਣਾ ਪੈਣਾ। ਹਾਂ, ਗੁਰੂ ਨਾਨਕ ਸਾਡਾ ਲੇਖਾ ਪਾੜ ਦੇਣ, ਇਹ ਸਮਰੱਥ ਨੇ। ਇਹ ਜਿੱਦਾਂ ਉਹਨਾਂ ਨੂੰ ਮੁਹੰਮਦ ਦਾ ਆਸਰਾ ਹੈ, ਉਹਨਾਂ ਨੂੰ ਈਸਾ ਜੀ ਦਾ ਆਸਰਾ ਹੈ, ਇਹਨਾਂ ਨੂੰ ਰਾਮ ਕ੍ਰਿਸ਼ਨ ਦਾ ਆਸਰਾ ਹੈ, ਸਾਨੂੰ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ। ਮਹਾਂਪੁਰਖ ਉਹਦਾ ਹੋਕਾ ਦੇ ਦੇ ਕੇ ਚਲੇ ਗਏ। ਜਿੰਨੀ ਵਾਰ ਵੀ ਉਹਨਾਂ ਦੇ ਮੂੰਹ ਤੋਂ ਸ਼ਬਦ ਨਿਕਲਦਾ ਰਿਹਾ, ਧੰਨ ਗੁਰੂ ਨਾਨਕ ਨਿਕਲਦਾ ਰਿਹਾ। ਕਦੇ ਵੀ ਬੰਦਾ ਆਪਣਾ ਨਾਂ ਨਹੀਂ ਲੈਂਦਾ ਵੀ ਮੈਂ ਆਪਣਾ ਨਾਂ ਆਪੇ ਮੈਂ ਕਹੀ ਜਾਵਾਂ ਵੀ ਧੰਨ ਬਾਬਾ ਹਜ਼ਾਰਾ ਸਿੰਘ, ਬਾਬਾ ਹਜ਼ਾਰਾ ਸਿੰਘ ਆਪਣੇ ਆਪ ਨੂੰ ਕਹੀ ਜਾਵੇ ਧੰਨ ਬਾਬਾ ਹਜ਼ਾਰਾ ਸਿੰਘ, ਇਹ ਨਹੀਂ ਕਦੇ ਹੋਇਆ। ਆਪਣੇ ਇਸ਼ਟ ਦਾ ਨਾਂ ਲਿਆ ਜਾਂਦਾ, ਧੰਨ ਗੁਰੂ ਨਾਨਕ ਦੇਵ। ਇਹਦਾ ਮਤਲਬ ਗੁਰੂ ਨਾਨਕ ਜੀ ਬਾਬਾ ਜੀ ਉਹਨਾਂ ਦੀ ਭਗਤੀ ਵਿੱਚ ਮਾਹਿਰ ਹੋ ਚੁੱਕੇ ਸਨ। ਇਸ ਕਰਕੇ ਪਿਆਰਿਓ, ਅਸੀਂ ਚਾਹੁੰਦੇ ਹਾਂ ਵੀ ਫਿਰ ਇੱਕ ਵਾਰ ਉੱਠੀਏ, ਇਹ ਪੰਜਾਬ ਵਿੱਚ ਅਸੀਂ ਅੱਛੇ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਦੇ। ਸਾਡੀ ਸਿੱਖਾਂ ਦੀ ਕੌਮ ਸੀਨਾ ਬਸੀਨਾ ਦੁਨੀਆ 'ਤੇ ਆਪਣੇ ਨਿਸ਼ਾਨ ਚਲਾਉਂਦੀ ਰਹੇ। ਅਸੀਂ ਉੱਦਾਂ ਹੀ ਜਕਾਰੇ ਛੱਡਦੇ, ਨਿਤਨੇਮ ਕਰਦੇ, 5 ਕੱਕਿਆਂ ਦੀ ਰਹਿਤ ਵਿੱਚ ਇਕੱਠੇ ਹੋ ਕੇ ਇਹ ਕੌਮ ਨੂੰ ਅੱਗੇ ਲਿਜਾਣ ਦਾ ਯਤਨ ਕਰੀਏ। ਇਹ ਸੀ ਛੋਟੀ ਜਿਹੀਆਂ ਬੇਨਤੀਆਂ। ਇੰਨੀਆਂ ਬੇਨਤੀਆਂ ਆਪ ਜੀ ਦੇ ਚਰਨਾਂ 'ਚ ਸਾਂਝੀਆਂ ਕੀਤੀਆਂ ਨੇ। ਸ਼ਾਇਦ ਬੋਲਦਿਆਂ ਕੋਈ ਮੇਰੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ। ਕਾਫੀ ਦੇਰ ਤੋਂ ਮੈਂ ਅੱਗੇ ਵੀ ਕਹਿ ਚੁੱਕਿਆ, 22 ਸਾਲ ਹੋ ਗਏ ਮੈਨੂੰ। ਮੈਂ ਮੈਂਟਲੀ ਡਿਪਰੈਸ਼ਨ ਦਾ ਮਰੀਜ਼ ਹੋ ਚੁੱਕਿਆ। ਮੇਰਾ ਦਿਮਾਗ ਨਹੀਂ ਰਿਹਾ। ਪਹਿਲਾਂ ਸੰਤਾਂ ਦੇ ਹੁੰਦਿਆਂ ਇਹ ਮੇਰੇ ਦਿਮਾਗ ਦਾ ਨੁਕਸ ਪਿਆ, ਉਹਨਾਂ ਦੇ ਹੁੰਦਿਆਂ ਜਦੋਂ ਨੁਕਸ ਪਿਆ ਉਹ ਮੇਰਾ 2-3 ਮਹੀਨਿਆਂ 'ਚ ਕਵਰ ਹੋ ਗਿਆ। 1-2 ਵਾਰ ਮੈਨੂੰ ਬਿਜਰੀਆਂ ਵੀ ਲਵਾਈਆਂ। ਮੈਂ ਤਾਂ ਕੋਈ ਸੰਤ ਬਾਬਾ ਹੈ ਹੀ ਨਹੀਂ ਗਾ ਹੈ। ਤੁਸੀਂ ਮੈਨੂੰ ਵੀ ਬਾਬਾ ਬਣਾਉਣ ਦੇ ਜਾ ਕੇ ਇਕੱਠੇ ਹੋ ਗਏ। ਮੇਰਾ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਮੈਂ ਕਿਤੇ ਬਾਬਾ ਕੋਈ ਬਣ ਗਿਆ ਤੇ ਮੈਂ ਤੁਹਾਡੇ ਘਰੇ ਆ ਕੇ ਕੰਮ ਕਰਿਆ ਕਰੂੰਗਾ। ਮੇਰੇ ਕੋਲ ਤੁਸੀਂ ਪੈਸੇ ਖਰਚ ਕੇ ਨਹੀਂ ਆਉਣਾ। ਫਿਰ ਤੁਹਾਡੇ ਨਹੀਂ ਕਰੂੰਗਾ ਮੈਂ ਕੰਮ, ਫਿਰ ਮੈਂ ਈਸਾਈਆਂ ਦੇ ਵੀ ਕਰੂੰਗਾ, ਮੁਸਲਮਾਨਾਂ ਦੇ, ਡੰਗਰਾਂ ਦੇ ਕੰਮ ਕਰਿਆ ਕਰੂੰਗਾ, ਸਾਰਿਆਂ ਦੇ ਕੰਮ ਕਰ ਦਿਆ ਕਰੂੰਗਾ। ਫਿਰ ਪਰ ਕਿਤੇ ਪਰਮਾਤਮਾ ਮੈਨੂੰ ਇੱਦਾਂ ਦਾ ਬਾਬਾ ਬਣਾ ਨਾ ਦੇ। ਮੈਂ ਬੇਨਤੀ ਕਰਦਾ ਹੁੰਦਾ ਵੀ ਮੈਂ ਇੱਕ ਸਿੱਖ ਬਣਨ ਦਾ ਯਤਨ ਕਰਦਾ। ਹਜੇ ਮੈਂ ਸਿੱਖ ਬਣਿਆ ਨਹੀਂ ਹੈ, ਮੈਂ ਹਜੇ ਹੈਗਾ, ਉਹਨੂੰ ਆਪਾਂ ਸਿੱਖਿਆਰਥੀ ਕਹਿੰਦੇ। ਸਿੱਖਿਆਰਥੀ ਹੁੰਦਾ ਜਿਹੜਾ ਸਿੱਖਿਆ ਲੈਣ ਵਾਲਾ ਹੁੰਦਾ। ਸਿੱਖ ਹੁੰਦਾ ਜਿਹੜਾ ਕੰਪਲੀਟ ਸਿੱਖੀ 'ਚ ਹੋ ਜਾਏ। ਤਾਂ ਦਾਸ ਬੇਨਤੀ ਕਰਦਾ ਹੁੰਦਾ ਕਿ ਜੇ ਮੇਰਾ ਸਰੀਰ ਛੁੱਟ ਗਿਆ ਇਸੇ ਤਰੀਕੇ ਨਾਲ ਸਿੱਖੀ ਵਿੱਚ ਰਹਿੰਦਿਆਂ, ਕੱਲ੍ਹ ਨੂੰ ਹੋ ਸਕਦਾ ਮੇਰੇ ਤੋਂ ਗਲਤੀਆਂ ਹੋਣ ਲੱਗ ਪੈਣ। ਅੱਜ ਵੀ ਮੈਂ ਕਾਫੀ ਗਲਤੀਆਂ ਕਰਦਾ, ਕੱਲ੍ਹ ਨੂੰ ਹੋਰ ਵੀ ਗਲਤੀਆਂ ਹੋ ਜਾਣ ਤੇ ਮੈਨੂੰ ਤੁਸੀਂ ਸਿੱਖ ਨਾ ਕਹੋ। ਜੇ ਸਰੀਰ ਛੁੱਟ ਗਿਆ ਤੇ ਉਹ ਤੋਂ ਬਾਅਦ ਤੁਸੀਂ ਕੁਛ ਵੀ ਖੂਹ 'ਚ ਪਾਓ, ਜੋ ਮਰਜ਼ੀ ਕਹੋ, ਗਾਲਾਂ ਕੱਢੋ, ਜਿੱਦਾਂ ਮਰਜ਼ੀ ਕਰੋ। ਹੁਣ ਤਾਂ ਮੈਨੂੰ ਗਾਲਾਂ ਕੱਢਣੀਆਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਹੁਣ ਮੈਨੂੰ ਗਾਲਾਂ ਕੱਢਣੀਆਂ ਜਿੰਨਾ ਮਰਜ਼ੀ ਮੇਰੇ ਸਾਹਮਣੇ ਮੂੰਹ 'ਤੇ ਕੱਢੋ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਇੱਕੋ ਮੇਰੀ ਮਨ 'ਚ ਤਮੰਨਾ ਹੈ ਵੀ ਕੌਮ ਕਿਸੇ ਤਰੀਕੇ ਨਾਲ ਖੜੀ ਹੋ ਜਾਏ, ਇਕਜੁੱਟ ਹੋ ਜਾਏ। ਮੁਸ਼ਕਿਲ ਲੱਗਦਾ ਹੈ, ਸਭ ਤੋਂ ਮੁਸ਼ਕਿਲ ਕੰਮ ਕੌਮ ਦਾ ਇਕੱਠਾ ਹੋਣਾ ਹੈ ਅੱਜ ਦੇ ਸਮੇਂ ਵਿੱਚ। ਬੜੇ ਦਰਦੀ ਨੇ ਕੌਮ ਦੇ, ਦਰਦੀ ਬੜੇ। ਤੁਸੀਂ ਕਦੇ ਵਿਹਲੇ ਬਹਿ ਕੇ ਸੋਚੋ ਵੀ ਸਿੱਖ ਕੌਮ ਵਾਸਤੇ ਕੀ ਕੀਤਾ ਅੱਜ ਤੱਕ। ਜਿਹੜਾ ਮੈਂ ਸਿੱਖ ਲਿਖਦਾ ਹਾਂ, ਮੈਂ ਆਪਣੇ ਘਰਾਂ ਦੀ ਕੋਠੀ ਬਣਾਉਣ ਨੂੰ ਯਤਨ ਕੀਤਾ, ਮੈਂ ਮੁੰਡੇ ਨੂੰ ਬਾਹਰ ਭੇਜਣ ਦਾ ਯਤਨ ਕੀਤਾ, ਮੈਂ ਕੁੜੀ ਦਾ ਕਿਸੇ ਚੰਗੇ ਥਾਂ 'ਤੇ ਰਿਸ਼ਤਾ ਲਾਉਣ ਦਾ ਯਤਨ ਕੀਤਾ, ਮੈਂ ਫਸਲ ਜ਼ਿਆਦਾ ਉਗਾਉਣ ਦਾ ਯਤਨ ਕੀਤਾ, ਮੈਂ ਚੰਗੀ ਗੱਡੀ ਰੱਖਣ ਦਾ ਯਤਨ ਕੀਤਾ। ਪਰ ਮੈਂ ਸਿੱਖ ਕੌਮ ਵਾਸਤੇ ਕੀ ਕੀਤਾ? ਮੈਂ ਭਾਰਤ ਦੇਸ਼ ਵਾਸਤੇ ਸਾਰਾ ਟੈਕਸ ਘਟਾਇਆ, ਪੰਜਾਬ ਵਾਸਤੇ ਮੈਂ ਟੈਕਸ ਘਟਾਇਆ। ਮੈਂ ਸਿੱਖ ਕੌਮ ਵਾਸਤੇ ਕੀ ਕੀਤਾ? ਮੈਂ ਆਪਣੇ ਪਿੰਡ ਵਾਸਤੇ ਕੀ ਭਲਾਈ ਦਾ ਕੰਮ ਕੀਤਾ? ਕੀ ਪਿੰਡ 'ਚ ਦਫਾੜੇ ਪਾਏ? ਕੀ ਪਿੰਡ 'ਚ ਲੜਾਈ ਕਰਵਾਈ ਹੈ? ਕੀ ਪਿੰਡ ਵਿੱਚ ਇੱਕ ਦੂਜੇ ਕੋਲ ਪੈਸੇ ਖਰਚਾ ਕੇ ਉਹਨਾਂ ਨੂੰ ਠਾਣੇ ਪਜਾਇਆ? ਆਹ ਕੰਮ ਮੇਰੇ? ਜੇ ਮੇਰੇ ਐਸੇ ਕੰਮ ਨੇ ਤੇ ਮੇਰੀ ਕਿਤੇ ਵੀ ਢੋਈ ਨਹੀਂ ਹੋਏਗੀ। ਅੱਜ ਦੁਖੀ ਹੋਏ ਪਏ ਅਸੀਂ। ਇਸ ਕਰਕੇ ਗੁਰੂ ਪਿਆਰਿਓ, ਇੰਨੀਆਂ ਕੁ ਬੇਨਤੀਆਂ ਕਰਦੇ ਹਾਂ। ਜੇ ਮੇਰੀ ਕਿਸੇ ਭੈਣ ਨੂੰ, ਮੇਰੇ ਕਿਸੇ ਭਰਾ ਨੂੰ, ਜਾਂ ਮੇਰੇ ਪ੍ਰਬੰਧਕ ਵੀਰਾਂ ਨੂੰ, ਜਾਂ ਕਿਸੇ ਹੋਰ ਜਿਹੜੇ ਕਈ ਮੇਰੇ ਭਰਾ ਜੁੜੇ ਹੁੰਦੇ ਨੇ ਜਿਨ੍ਹਾਂ ਦੇ ਮੈਂ ਨਾਂ ਲੈ ਬੈਠਿਆਂ ਵੀ ਉਹ ਫਲਾਣੇ ਬੰਦੇ ਜਿਹੜੇ ਉਹ ਜਿੱਥੇ ਕੋਈ ਸਾਡਾ ਨਿਸ਼ਾਨ ਨਹੀਂ ਹੈ, ਸਾਡਾ ਕੋਈ ਨਿਤਨੇਮ ਨਹੀਂ ਹੈ, ਸਾਡੀ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਨਹੀਂ, ਸਾਡਾ ਉੱਥੇ ਲੰਗਰ ਹੈ ਨਹੀਂ, ਸਾਡਾ ਉੱਥੇ ਖੰਡਾ ਹੈ ਨਹੀਂ, ਸਾਡਾ ਉੱਥੇ ਗੁਰੂ ਹੈ ਨਹੀਂ, ਉਹਦੇ ਉੱਤੇ ਚੰਦੋਆ ਹੈ ਨਹੀਂ, ਉਹਦੇ ਉੱਤੇ ਚੌਰ ਹੈ ਨਹੀਂ, ਉਹ ਸਾਨੂੰ ਪੱਗਾਂ ਬੰਨ੍ਹ ਕੇ ਉੱਥੇ ਬਿਠਾ ਲਿਆ ਤੇ ਅਸੀਂ ਜੇ ਇੱਥੋਂ ਨਹੀਂ ਕੁਛ ਲੈ ਸਕੇ ਫਿਰ ਕਿਤੋਂ ਵੀ ਕੁਛ ਵੀ ਨਹੀਂ। ਇਸ ਕਰਕੇ ਮੈਂ ਦੁਹਾਈ ਪਾਈ ਹੈ ਵੀ ਜਿੰਨਾ ਮੁਸਲਮਾਨਾਂ 'ਚ ਇਤਫਾਕ ਹੈ, ਅੱਲਾ ਤੇ ਮੁਹੰਮਦ ਦਾ ਸਿਦਕ ਰੱਖਿਆ,
ਪਹਿਲਾਂ ਮੈਂ ਵੀ ਸੋਚਦਾ ਸੀ ਵੀ ਚਲੋ ਜਿਹਦੇ ਹਿੱਸੇ 'ਚ ਆਊਗੀ ਉਹ ਗੱਲ ਆਊਗੀ। ਹੁਣ ਮੈਂ ਵੀ ਇਹ ਗੱਲ ਉਲਟ ਸੋਚਣ ਲੱਗ ਪਿਆ ਵੀ ਜਿੱਦਾਂ ਹਰ ਬੰਦੇ ਨੂੰ ਪੜ੍ਹਨਾ ਜ਼ਰੂਰੀ ਹੈ, ਇੱਦਾਂ ਹਰ ਸਿੱਖ ਨੂੰ ਸਿੱਖ ਧਰਮ ਵਿੱਚ ਰਲ ਜਾਣਾ, ਉਹਨਾਂ ਦਾ ਜਨੇਊ ਪਰਾਣਾ ਜ਼ਰੂਰੀ ਸੀ। ਹਰ ਈਸਾਈ ਨੂੰ ਦੇਖੋ ਪਾਣੀ 'ਚ ਪਤਾ ਦੇ ਰਹੇ ਨੇ, ਹਰ ਮੁਸਲਮਾਨ ਨੂੰ ਸੁਨਨਤ ਕਰਾਣੇ। ਸਾਡੇ ਹਰ ਇੱਕ ਨੂੰ ਚਾਹੀਦਾ ਸੀ ਪੀਵੋ ਪੌਲ, ਪੰਜਾਂ ਪਿਆਰਿਆਂ ਕੋਲ ਪੌਲ ਛਕਣੀ ਤੇ ਹੋਏ ਜਨਮ ਉਸ ਘਰ ਵਿੱਚ ਨਾ ਨਸ਼ਾ ਰਹੇਗਾ, ਨਾ ਬੇਈਮਾਨੀ ਦੀ ਕਮਾਈ ਹੋਏਗੀ, ਨਾ ਝੂਠ ਦਾ ਅਸਰਾ ਹੋਏਗਾ, ਨਾ ਮੜੀ ਮਸਾਣ ਜਠੇਰੇ ਧਾਗੇ ਤਬੀਤ ਜੰਤਰ ਮੰਤਰ ਦਾ ਡਰ ਹੋਏਗਾ। ਰੋਜ਼ ਨਿਤਨੇਮ ਹੋਏਗਾ। ਜਿਹੜੇ ਘਰਾਂ 'ਚ ਰੋਜ਼ ਨਿਤਨੇਮ ਦੇ ਨਾਲ ਨਾਲ ਮੂਲ ਮੰਤਰ ਗੁਰਮੰਤਰਾਂ ਦੇ ਜਾਪ ਹੋਣਗੇ, ਜੇ ਉਸ ਘਰ ਦਾ ਕੋਈ ਖੂਨ ਦੇ ਛੱਟੇ ਪਾਉਂਦਾ ਤੇ ਜਿਹੜਾ ਪਾਣ ਵਾਲਾ ਖੂਨ ਦੇ ਛੱਟੇ ਉਹਦਾ ਅਸਰ ਜਿਹੜਾ ਜਾਏਗਾ ਪਾਣ ਵਾਲੇ ਤੇ ਚਲੇ ਜਾਏਗਾ, ਉਸ ਘਰ ਤੇ ਕੋਈ ਵੀ ਅਸਰ ਨਹੀਂ ਜਾਏਗਾ। ਅੱਜ ਤੁਸੀਂ ਗੁਰਬਾਣੀ ਤੋਂ ਟੁੱਟ ਚੁੱਕੇ ਹੋ। ਗੁਰਬਾਣੀ ਸਾਡਾ ਜੀਵਨ ਦਾ ਆਸਰਾ ਹੈ। ਤਾਂ ਸਾਂਝੀ ਕੀਤੀ ਸੀ, ਪੰਜਾਬੀ 'ਚ ਲਿਖਿਆ ਸੀ ਵੀ ਹਰ ਬੰਦਾ ਪੜ੍ਹੇ ਇਹਨੂੰ। ਬਾਹਮਣ ਨਾਲ ਸਾਨੂੰ ਪੜ੍ਹ ਨਹੀਂ ਦਿੱਤਾ ਗਿਆਨ, ਇਹ ਸਾਨੂੰ ਕਾਮਨ ਕੀਤਾ, ਜਨਤਕ ਕੀਤਾ ਗੁਰੂ ਪਾਤਸ਼ਾਹ ਨੇ। ਤੇ ਅੱਜ ਅਸੀਂ ਇਸ ਦੇ ਲੜ ਲੱਗ ਕੇ ਇਹਨੂੰ ਸਟੱਡੀ ਨਾ ਕਰੀਏ, ਇਹਦੇ ਵਿੱਚੋਂ ਆਪਣੇ ਜੀਵਨ ਦੀ ਜਾਂਚ ਨਾ ਸਿੱਖੀਏ, ਇਹ ਨਾ ਪੁੱਛੀਏ ਵੀ ਗੁਰੂ ਸਾਹਿਬ ਜੀ ਦੱਸੋ ਮਰ ਕੇ ਕਿੱਥੇ ਜਾਣਾ। ਇਹ ਜਿਹੜੇ ਸਾਇੰਸਦਾਨ ਹੈ ਜਾਂ ਜਿਹੜੇ ਬੈਠੇ ਕਹਿੰਦੇ ਵੀ ਕਿਤੇ ਨਹੀਂ ਜਾਣਾ, ਉਹਨਾਂ ਦੀ ਗੱਲ ਮੱਲ ਨਾ ਲੱਗਿਓ। ਮੇਰੇ ਬਾਬੇ ਨਾਨਕ ਦੇ ਬਚਨ ਪੜ੍ਹਿਓ ਵੀ ਉਹ ਕੀ ਕਹਿੰਦੇ ਨੇ, ਸਾਨੂੰ ਮਰਨ ਤੋਂ ਬਾਅਦ ਕੀ ਹੋਣਾ। ਇੱਕ ਪਾਸੇ ਬੜੀ ਇੱਜ਼ਤ ਨਾਲ ਜਾਣਾ ਆ, ਰੇਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਉ। ਇੱਕ ਪਾਸੇ ਜਾਣਾ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀ ਹੈ, ਬੈ ਲੇਖਾ ਕਰ ਸਮਝਾਇਆ। ਥਾਓ ਨਾ ਹੋਵੇ ਐਨੀ ਜੁੱਤੀ ਵਰਣੀ ਹੈ, ਥਾਓ ਨਾ ਹੋਵੇ ਪੌਦੀ। ਇਹ ਕਹਿਣਗੇ ਪਿੰਡਾਂ ਤਾਂ ਇੱਥੇ ਫੂਕ ਦੇਣਾ, ਜੁੱਤੀ ਕਿੱਥੇ ਵਰਣੀ ਹੈ। ਜਿੱਦਾਂ ਤੁਹਾਨੂੰ ਰਾਤ ਨੂੰ ਸੁਪਨੇ ਵਿੱਚ ਡਰ ਲੱਗਦਾ, ਸੁਪਨੇ ਵਿੱਚ ਤੁਹਾਡੇ ਕੋਲ ਬੰਦਾ ਦੌੜਿਆ ਹੁੰਦਾ, ਜਿਹੜੀ ਪਿੰਡੇ ਤੇ ਜੁੱਤੀ ਵਰਨੀ ਆ ਉਹ ਮੰਜੇ ਤੇ ਪਿਆ, ਸੁਪਨੇ ਵਾਲਾ ਜਿਹੜਾ ਰੂਹ ਹੈ ਤੁਹਾਡੀ ਤੰਗ ਹੋਇਆ ਹੁੰਦਾ ਵੀ ਹਾਏ ਉਹ ਗੋਲੀ ਨਾ ਮੈਨੂੰ ਵੱਜ ਜੇ, ਆਹ ਨਾ ਮੈਨੂੰ ਢਾਹ ਲੇ। ਐਦਾਂ ਦਾ ਸਰੀਰਿਕ ਜਿਹਨੂੰ ਆਪਾਂ ਕਹਿੰਦੇ ਆ ਲਿੰਗ ਸਰੀਰ ਤਿਆਰ ਹੋ ਕੇ ਅਗਲੀ ਦਰਗਾਹ ਨੂੰ ਤੁਰ ਪੈਂਦਾ। ਹੁਣ ਜੇ ਅਸੀਂ ਇਸ ਗੱਲ ਨੂੰ ਅਡੋਪਟ ਕਰੀਏ, ਹਿੰਦੂ ਤੇ ਸਿੱਖ ਮੁਸਲਮਾਨ, ਤੇ ਇਹ ਗੱਲ ਆਣੀ ਸਾਰਿਆਂ ਦੀ ਸਾਂਝੀ ਵੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਕਦੇ ਵੀ ਝੂਠ ਨਹੀਂ ਬੋਲਣਾ, ਕਦੇ ਵੀ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਲੁੱਟਣੀ। ਹਿੰਦੂ ਵਿੱਚ ਵੀ ਇਹ ਪੱਕੀ ਹੈ, ਮੁਸਲਮਾਨ 'ਚ ਵੀ ਪੱਕੀ ਹੈ ਤੇ ਸਿੱਖਾਂ 'ਚ ਵੀ ਇਹ ਗੱਲ ਪੱਕੀ ਹੈ। ਤੇ ਕਦੇ ਵੀ ਗੰਦੇ ਗਾਣੇ ਜਿਹੜੀ ਸਾਡੀ ਮੈਮਰੀ ਦੀ ਇਨਪੁੱਟ ਹੁੰਦੀ ਹੈ, ਕਦੇ ਵੀ ਨਹੀਂ ਦਿਮਾਗ 'ਚ ਭੇਜਣੇ। ਚੰਗੇ ਗੁਰੂ ਦੀ ਬਾਣੀ ਦਿਮਾਗ ਵਿੱਚ ਭੇਜਣੀ ਹੈ। ਇਹਦੇ ਨਾਲ ਨਾਲ ਕਦੇ ਆਪਣੇ ਆਪ ਨੂੰ ਨੀਵਾਂ ਖਵਾਉਣਾ। ਕੀ ਖਵਾਉਣਾ? ਭਾਉ ਭਗਤ ਕਰ ਨੀਚ ਸਦਾਏ। ਇਹ ਗੁਰੂ ਨਾਨਕ ਦੀ ਬਾਣੀ। ਕਹੋ ਨਾਨਕ ਹਮ ਨੀਚ ਕਰਮਾਂ। ਕਿਹੜੇ ਕਰਮਾਂ ਵਾਲੇ ਆ ਅਸੀਂ? ਨੀਚ ਕਰਮ। ਇਹ ਹੈ ਗੁਰੂ ਦੀ ਬਾਣੀ। ਸਭ ਤੋਂ ਜ਼ਿਆਦਾ ਜਿਹੜੀ ਨਿਮਰਤਾ ਉਹ ਗੁਰੂ ਨਾਨਕ 'ਚ ਆਈ ਹੈ। ਐਨੀ ਗਰੀਬੀ ਕਿਸੇ 'ਚ ਨਹੀਂ ਆਈ। ਇਨੀ ਮਹਾਂਪੁਰਖਾਂ ਨਾਲ ਵੀ ਗਰੀਬੀ ਹੰਢਾਈ ਹੈ, ਰੱਜ ਕੇ ਗਰੀਬੀ ਹੰਢਾਈ ਹੈ ਮਾਨਸਿਕ। ਔਰ ਇਹ ਗੱਲ ਇਹਨਾਂ ਦੇ ਮੈਂ ਰਸਨਾ ਤੋਂ ਸੁਣੀ ਹੈ ਵੀ ਬੇਸ਼ੱਕ ਐਦਾਂ ਦਾ ਹੈ, ਸਾਂਸੀ ਵਰਗਾ ਹੈ, ਐਦਾਂ ਦਾ ਕੁਛ ਅਸੀਂ ਸ਼ਬਦਾਵਲੀ ਵਰਤਦੇ ਨੇ ਵੀ ਉੱਦਾਂ ਭਲਵਾਨ ਹੰਕਾਰ ਵਾਲੀ ਗੱਲ ਨਹੀਂ। ਭਲਵਾਨਾਂ ਦੀ ਹਿੱਕ ਤੇ ਬਹਿ ਕੇ ਵੀ ਬਾਤਾਂ ਪੜ੍ਹਨ ਨੂੰ ਜੀ ਕਰਦਾ ਤੇ ਸ਼ਾਹੂਕਾਰਾਂ ਦੀ ਹਿੱਕ ਤੇ ਬਹਿ ਕੇ ਵੀ ਬਾਤਾਂ ਪੜ੍ਹਨ ਨੂੰ ਜੀ ਕਰਦਾ। ਕਈ ਵਾਰ ਵਿਦਾਸ ਨੇ ਵੀ ਗੱਲ ਸਾਂਝੀ ਕੀਤੀ ਹੈ ਵੀ ਇਸੇ ਪਿੰਡ ਦਾ ਇੱਕ SDM ਸੀ ਉਹਨਾਂ ਦਿਨਾਂ ਵਿੱਚ, ਇਹਨਾਂ ਦੀ ਖਾਨਦਾਨ ਵਿੱਚੋਂ ਸੀ, ਉਹਦੀ ਡਿਊਟੀ ਸੀ ਰੋਪੜ ਛਾਈ ਤੇ। ਇਸ ਏਰੀਏ ਵਿੱਚ ਇੱਕ ਭਲਵਾਨ ਸੀ ਕੋਲਾ ਭਾਗੋਵਾਲ ਦਾ, ਇੱਕ ਇਸੇ ਸ਼ਾਹੂਕਾਰਾ ਚੱਲਦਾ ਸੀ ਵੱਡੇ ਕਲੇਰਾਂ ਦਾ, ਉਹ ਸ਼ਾਹੂਕਾਰ ਹੁੰਦਾ ਸੀ। ਉਹਦਾ ਇਸ ਏਰੀਏ 'ਚ ਸ਼ਾਹੂਕਾਰਾ ਚੱਲਦਾ ਸੀ। ਉਹ ਭਲਵਾਨ ਕੋਲਾ ਸਾਡੇ ਹਿੰਦੁਸਤਾਨ 'ਚ ਫੇਮਸ ਭਲਵਾਨ ਸੀ ਤੇ ਇਹ ਇੱਕ ਚੰਗੀ ਪੋਸਟ ਤੇ SDM ਲੱਗਿਆ ਸੀ। ਅੱਜ SDM ਦੀ ਵੀ ਕੋਈ ਵੀ ਇੱਥੇ ਨਹੀਂ ਜ਼ਮੀਨ ਨਹੀਂ ਰਹੀ, ਵਿਕ ਗਈ। ਉਹ ਭਾਈ ਸਾਹਿਬ ਅਮਰੀਕ ਸੋਹਰੀ ਜਿਹੜੀ ਗੁਰਦੁਆਰੇ ਦਾ ਨਾਂ ਲਾਈ ਹੈ ਜਾਂ ਕਿਹਦੇ ਨਾਲ ਮੈਨੂੰ ਨਹੀਂ ਪਤਾ, ਉਹ ਸਾਰੀ ਜ਼ਮੀਨ ਉੱਥੇ ਉਹਨਾਂ ਦੀ ਸੀ, ਉਹ ਵਿਕ ਗਈ। SDM ਦਾ ਇੱਥੇ ਕੁਛ ਵੀ ਨਹੀਂ ਨਜ਼ਰ ਆ ਰਿਹਾ। ਉਹਦੀ ਘਰ ਦੀ ਚੰਡੀਗੜ੍ਹ ਬੈਠੀ ਮੇਰੇ ਕੋਲ ਆਈ ਸੀ ਇੱਕ ਦਿਨ। ਦੂਸਰਾ ਕੋਲੇ ਦਾ ਮੁੰਡਾ ਵੀ ਮਰ ਗਿਆ, ਘਰ ਖਾਲੀ। ਉਹ ਕਲੇਰਾਂ ਵਾਲਾ ਸ਼ਾਹ ਢਾਹ ਕੇ ਉਹਦੇ ਘੋੜੀ ਤੋਂ ਲਾ ਕੇ ਬਾਲਿਆਂ ਨੂੰ ਵੱਢ ਦਿੱਤਾ, ਨਹਿਰ ਦੇ ਕੰਢੇ ਤੇ ਕਿਹੜਾ ਵੱਢਿਆ ਮੈਨੂੰ ਨਹੀਂ ਪਤਾ। ਮਤਲਬ ਉਹਦੇ ਵੀ ਮਕਾਨ ਖੜੇ ਖਾਲੀ ਦੇ ਖਾਲੀ। ਤੇ ਬਾਬਾ ਹਜ਼ਾਰਾ ਸਿੰਘ ਦੀਆਂ 2 ਉਰਦੂ ਦੀਆਂ ਕਲਾਸਾਂ। ਤੇ ਅੱਜ ਤੁਸੀਂ ਦੇਖਦੇ ਹੋ ਉਹਨਾਂ ਦੀ ਬੰਦਗੀ ਨੂੰ, ਕਿਸ ਤਰੀਕੇ ਦੀਆਂ ਇੱਥੇ ਦੁਕਾਨਾਂ ਬਣੀਆਂ ਨੇ, ਕਿੱਦਾਂ ਦੇ ਉਹਨਾਂ ਦੇ ਦੀਵਾਨ ਹਾਲ ਬਣੇ ਨੇ, ਕਿਸ ਤਰੀਕੇ ਦਾ ਬਣਿਆ। ਉਹ ਕਹਿੰਦੇ ਸੀ ਵੀ ਸ਼ਾਹੂਕਾਰਾਂ ਦੀ ਹਿੱਕ ਤੇ ਬਹਿ ਕੇ ਵੀ ਬਾਤਾਂ ਪਾਉਣ ਨੂੰ ਜੀ ਕਰਦਾ,
ਤੇ ਭਲਵਾਨਾਂ ਦੀ ਹਿੱਕ ਤੇ ਵੀ ਮੇਰਾ ਮਨ ਇੰਨਾ ਖੁਸ਼ ਹੈ, ਮੈਨੂੰ ਆਤਮ ਆਨੰਦ ਇੱਦਾਂ ਦਾ ਆਇਆ ਵਾ, ਮੇਰੇ ਅੰਦਰ ਇੱਦਾਂ ਦੀ ਅਡੋਲਤਾ ਆ ਗਈ ਹੈ ਵੀ ਮੈਨੂੰ ਇਹ ਪੈਸਾ ਤੇ ਭਲਵਾਨੀ ਕੋਈ ਵੀ ਚੀਜ਼ ਮੇਰੇ ਅੱਗੇ ਨਹੀਂ ਖੜ ਸਕਦੀ। ਸੋ ਮਹਾਰਾਜ ਕਿਰਪਾ ਕਰਨ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਇਹਨਾਂ ਦੇ ਅਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ। ਮੈਂ ਅੱਜ ਤੱਕ ਇਹਨਾਂ ਦੀ ਬਾਤ ਤਾਂ ਨਹੀਂ ਬੋਲਿਆ ਕਿਤੇ ਵੀ, ਕਿਤੇ ਇਹ ਲੋਕ ਮੇਰੇ ਮਗਰ ਨਾ ਪੈ ਜਾਣ। ਇਹਨਾਂ ਨੂੰ ਆਦਤ ਬੜੀ ਹੁੰਦੀ, ਮੈਂ ਤਾਂ ਨਹੀਂ ਉਹਨਾਂ ਦੀ ਕੋਈ ਗੱਲ ਕਰਦਾ। ਮੈਂ ਇਹ ਜ਼ਰੂਰ ਕਹਿ ਦਿੱਤਾ ਕਈ ਥਾਈਂ ਤੇ ਕਿ ਮੇਰੇ ਵਰਗੇ ਗੰਦੇ ਬੰਦੇ 'ਚ ਬਾਬਾ ਹਜ਼ਾਰਾ ਸਿੰਘ ਵੜ ਨਹੀਂ ਸਕਦੇ। ਜਿੱਦਾਂ ਮੈਂ ਨੀਚ ਹੈ ਨਾ, ਮੇਰੇ ਵਰਗੇ ਗੰਦੇ ਬੰਦੇ 'ਚ ਬਾਬਾ ਹਜ਼ਾਰਾ ਸਿੰਘ ਨਹੀਂ ਵੜ ਸਕਦੇ। ਇੱਥੇ ਕਿਹਾ ਜਾਂਦਾ ਵੀ ਇਹਦੇ 'ਚ ਬਾਬਾ ਜੀ ਹੈ, ਇਹਦੇ 'ਚ ਬਾਬਾ ਜੀ, ਇੱਦਾਂ ਕੀਤੀਆਂ ਜਾਂਦੀਆਂ। ਮੈਂ ਤਾਂ ਕਹਿਣਾ ਵੀ ਮੈਂ ਉਹਨਾਂ ਦੀ ਕਦੇ ਗੱਲ ਨਹੀਂ ਸੀ ਕੀਤੀ ਕਿ ਕਿਤੇ ਮੇਰੇ ਵੱਲ ਨੂੰ ਨਾ ਸਿੱਧੇ ਹੋ ਕੇ ਤੁਰ ਪੈਣ ਵੀ ਉੱਥੇ ਉਹ ਬਾਬਾ ਉਹਦੇ 'ਚ ਵੜ ਗਿਆ, ਮੈਂ ਇਹਦੇ 'ਚ ਨਹੀਂ ਵੜਿਆ। ਜਦੋਂ ਵੜ ਜਾਊਗਾ ਮੈਂ ਤੁਹਾਨੂੰ ਦੱਸੂਗਾ, ਹਜੇ ਨਹੀਂ ਵੜਿਆ ਤੇ ਨਾ ਵੜਨਾ ਉਹਨਾਂ ਮੇਰੇ 'ਚ। ਇਸ ਕਰਕੇ ਬਾਣੀ ਪੜ੍ਹੋ, ਨਾਮ ਜਪੋ, ਕਿਰਤ ਕਰੋ, ਸੱਚ ਬੋਲੋ, ਦੂਜੇ ਦਾ ਭਲਾ ਕਰੋ ਜੇ ਕਰਨਾ, ਜੇ ਭਲਾ ਨਹੀਂ ਕਰਨਾ ਤੇ ਬੁਰਾ ਨਾ ਕਰੋ। ਤੇ ਗੁਰੂ ਦੀ ਬਾਣੀ ਨਾਲ ਸਰਸਾਰ ਹੋ। ਥੋੜੀ ਜਿਹੀ ਜ਼ਿੰਦਗੀ ਹੈ, ਖਾਲੀ ਆਏ ਤੇ ਖਾਲੀ ਜਾਣਾ ਹੈ। ਤੇ ਚੰਗੇ ਮਾੜੇ ਕੰਮਾਂ ਦੀ ਪੰਡ ਸਿਰ ਤੇ ਚੁੱਕੀ ਹੋਣੀ ਹੈ, ਚੰਗਿਆਈਆਂ ਬੁਰਾਈਆਂ ਦੀ, ਤੇ ਆਉਣ ਲੱਗਿਆਂ ਸਵਾਸਾਂ ਦੀ ਪੰਡ ਲੈ ਕੇ ਆਏ ਸੀ, ਉਹ ਸਾਰੇ ਮੁੱਕ ਜਾਣੇ ਆ, ਕੌਡੀਆਂ ਦੇ ਭਾਅ ਚਲੇ ਜਾਣੇ ਆ। ਇਸ ਕਰਕੇ ਹੱਥ ਜੋੜ ਕੇ ਜਥੇ ਵੱਲੋਂ ਬੇਨਤੀ ਹੈ ਕਿ ਪੀਵੋ ਪੋਹਲ, ਇੱਕ ਵਾਰ ਇਕੱਠੇ ਹੋ ਸਾਰੇ, ਇੱਕ ਵਾਰ ਇਕੱਠੇ ਹੋ ਜਾਓ, ਪਿੰਡਾਂ ਵਿੱਚ ਇਕੱਠੇ ਹੋ ਜਾਓ। ਵੋਟ ਜਿਹਨੂੰ ਮਰਜ਼ੀ ਪਾਓ, ਜਿਹਨੂੰ ਮਰਜ਼ੀ ਨਾ ਪਾਓ, ਪਰ ਆਪਣੀ ਇਕੱਠ ਦਾ ਸਬੂਤ ਦਿਓ ਵੀ ਪਿੰਡ ਕਿੰਨੇ ਅੱਗੇ ਵਧੀਆ ਕਰਨਾ, ਪਿੰਡ ਵਿੱਚ ਕਿਹੜੀ ਕਿਹੜੀ ਗਿਰਾਵਟ ਹੈ। ਇਸੇ ਖਾਨਦਾਨ ਨਾਲ ਸੰਬੰਧਿਤ ਸੀਨਿਆਂ ਵਿੱਚ ਭਾਈ ਸਾਹਿਬ ਜੀ ਦਾ, ਭਾਈ ਬੁੱਧ ਸਿੰਘ ਜੀ ਦਾ ਮੇਰਾ ਖਿਆਲ ਭਣੇਵਾ ਹੈ, ਉਸਨੇ ਸਰਪੰਚੀ ਦੇ ਦੌਰ ਵਿੱਚ ਇਸ ਇਲਾਕੇ 'ਚ ਆਪਣਾ ਥੋੜ੍ਹਾ ਜਿਹਾ ਨਾਂ ਕੱਢਿਆ। ਭਾਵ ਜੇ ਉਹਨਾਂ ਸੈਂਟਰ ਸਰਕਾਰ ਤੋਂ ਕੁਛ ਲਿਆ ਪੈਸਾ, ਤੇ ਉਹ ਤੋਂ ਲੈ ਕੇ ਉਹਨੂੰ ਸ਼ਾਇਦ 24 ਲੱਖ, ਮੈਨੂੰ ਪੂਰੀ ਫਿਗਰਾਂ ਦਾ ਨਹੀਂ ਪਤਾ, ਪਰ ਉਹਨਾਂ ਹੀ ਜਿੰਨਾ ਕੁ ਪਿੰਡ 'ਚ ਸੀਵਰੇਜ ਨੂੰ ਪੈਸਾ ਲੱਗਿਆ ਉਹ ਲਾ ਕੇ 8 ਲੱਖ ਮੈਂ ਸੁਣਿਆ ਸੀ। ਮਤਲਬ ਸੁਣੀ ਗੱਲ 'ਚ ਮੈਂ ਪੂਰੀ ਉਹਨੂੰ ਮੈਂ ਸਹੀ ਨਹੀਂ ਮੰਨਦਾ ਹੁੰਦਾ, ਤੇ ਮੈਂ ਜੋ ਸੁਣਿਆ ਸੀ ਉਹ ਤੋਂ ਬਾਅਦ ਉਹਨੇ ਸਾਰਾ 16 ਲੱਖ ਰੁਪਈਆ ਵਾਪਸ ਦੇ ਦਿੱਤਾ। ਇੰਨੀ ਗੱਲ ਨਾਲ ਉਹਨਾਂ ਨੂੰ ਅਵਾਰਡ ਮਿਲਿਆ ਵੀ ਇਮਾਨਦਾਰ ਬਣ। ਇਹਦਾ ਮਤਲਬ ਇਮਾਨਦਾਰੀ ਦਾ ਮੁੱਲ ਹੈ ਤੇ ਬੇਈਮਾਨੀ ਦਾ ਕੋਈ ਵੀ ਮੁੱਲ ਲੋਕੀ ਪਿੱਠ ਤੇ ਗੱਲਾਂ ਕਰਨਗੇ। ਇਮਾਨਦਾਰੀ ਰੱਖੋ। ਇਮਾਨਦਾਰੀ ਹੁੰਦਾ ਧਰਮ, ਈਮਾਨ ਮੈਨੇ ਧਰਮ ਹੁੰਦਾ। ਬੇਈਮਾਨੀ ਹੁੰਦੀ ਧਰਮ ਛੱਡ ਦੇਣਾ, ਤੇ ਇਮਾਨਦਾਰੀ ਹੁੰਦੀ ਧਰਮ ਦੇ ਵਿੱਚ ਰਹਿਣਾ। ਆਪਣੇ ਧਰਮਾਂ ਦੀ ਧਾਰਨ ਕਰੀਏ ਸਾਰੇ ਇਕੱਠੇ ਹੋ ਕੇ। ਕਿਸੇ ਵੀ ਆ ਜਿਹੜੇ ਇੱਦਾਂ ਦੇ ਪਖੰਡੀ ਬੈਠੇ ਆ 12-12 ਕਿੱਲੇ ਲੈ ਕੇ, ਇਹਨਾਂ ਦੇ ਡੇਰਿਆਂ 'ਤੇ ਤੁਸੀਂ ਨਾ ਜਾਓ। ਤੁਸੀਂ ਆਪਣੇ ਗੁਰਦੁਆਰੇ 'ਚ ਬੈਠੋ, ਸਵੇਰੇ ਬੈਠੋ, ਸ਼ਾਮ ਨੂੰ ਬੈਠੋ। ਹਿੰਦੂ ਜਾ ਸਕਦੇ, ਉਹਨਾਂ ਵਾਸਤੇ ਲੱਖਾਂ ਗੁਰੂ ਹੋ ਸਕਦੇ ਨੇ, ਪਰ ਸਾਡਾ ਗੁਰੂ ਕੇਵਲ ਰਹੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ। ਜਿਵੇਂ ਇਸਤਰੀ ਦਾ ਸਿੱਖ ਸਮਾਜ ਵਿੱਚ ਪਤਨੀ ਦਾ ਇੱਕ ਪਤੀ ਹੋ ਸਕਦਾ, ਜਿਵੇਂ ਸਿੱਖ ਸਮਾਜ ਵਿੱਚ ਪੁੱਤਰ ਦਾ ਇੱਕ ਹੀ ਪਿਓ ਹੋ ਸਕਦਾ, 3-4 ਪਿਓ ਨਹੀਂ ਹੋ ਸਕਦੇ। ਪਰ ਮੈਂ ਸਿੱਖਾਂ ਨੂੰ ਕਹਿਣਾ, ਤੁਹਾਡੇ ਪਿਓ ਵੀ ਵਧਾਏ ਗਏ। ਤੁਹਾਡਾ ਇੱਕ ਪਿਓ ਨਵਾਂ ਤਿਆਰ ਕੀਤਾ, ਕੌਮੀ ਪਿਓ ਬਣਾਇਆ। ਇੱਕ ਤਾਂ ਜਿਹਨਾਂ ਜਨਮ ਦਿੱਤਾ ਉਹ ਪਿਓ ਹੈ, ਦੂਸਰਾ ਪਿਓ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਤੁਹਾਡੀ ਇੱਕ ਮਾਂ ਤਿਆਰ ਕੀਤੀ, ਮਾਤਾ ਸਾਹਿਬ ਕੌਰ। ਇੱਕ ਤੁਹਾਡੀ ਮਾਂ ਧਰਤੀ ਹੈ, ਇੱਕ ਗੁਰਦੇਵ ਮਾਤਾ, ਗੁਰਦੇਵ ਪਿਤਾ। ਪਰ ਉਹ ਪਿਓ ਗੁਰਦੇਵ ਜਿਹੜਾ ਉਹ ਰੌਸ਼ਨ ਅਕਾਲ ਪੁਰਖ ਹੈ, ਉਹ ਸਾਰਿਆਂ ਦਾ ਪਿਤਾ ਹੈ। ਤੂੰ ਅਹਮ ਬਾਰਕ ਤੇਰੇ, ਉਹ ਪਿਤਾ ਸਾਰੀ ਕਾਇਨਾਤ ਦਾ, ਸਿੱਖਾਂ ਦਾ ਸਪੈਸ਼ਲ ਪਿਤਾ ਗੁਰੂ ਗੋਬਿੰਦ ਸਿੰਘ। ਮਾਂ ਸਾਹਿਬ ਕੌਰ। ਸਾਡਾ ਸਪੈਸ਼ਲ ਜਨਮ ਕੇਸਗੜ੍ਹ ਸਾਹਿਬ ਦਾ। ਸਾਡਾ ਇੱਕ ਪਿੰਡ ਬਣਾਇਆ ਗਿਆ ਸ਼੍ਰੀ ਅਨੰਦਪੁਰ ਸਾਹਿਬ। ਇੱਕ ਨਾਂ ਰੱਖਿਆ ਗਿਆ ਸਿੰਘ ਤੇ ਕੌਰ। ਸਾਡੀ ਪੂਰੀ ਸਿਲੇਬਸ ਖਤਮ ਕਰਕੇ ਇੱਕ ਨਵੀਂ ਚੀਜ਼ ਤਿਆਰ ਕਰਕੇ ਸਿੱਖ ਪੰਥ ਦੇ ਅੱਗੇ ਖੜੀ ਕੀਤੀ ਗਈ। ਸਾਡਾ ਇੱਕ ਨਿਸ਼ਾਨ, ਸਾਡੀ ਫਤਿਹ, ਸਾਡੀ ਅਰਦਾਸ। ਮੁਸਲਮਾਨਾਂ ਦੀ ਦੁਆ, ਈਸਾਈਆਂ ਦੀ ਪ੍ਰੇਅਰ, ਹਿੰਦੂਆਂ ਦੀ ਪ੍ਰਾਰਥਨਾ, ਤੇ ਸਿੱਖਾਂ ਦੀ ਹੁੰਦੀ ਤੂੰ ਠਾਕਰ ਤੁਮ ਪੈ ਅਰਦਾਸ। ਉਹ ਵੀ ਅਰਦਾਸ ਕੇਵਲ ਉਹਦੇ 'ਚ ਬਹੁਤੇ ਨਾਂ ਨਹੀਂ ਲੈਣੇ, ਜੋ ਪੰਥਕ ਵੱਲੋਂ ਅਰਦਾਸ ਬਣੀ ਹੈ। ਸਤਿਕਾਰ ਤੌਰ 'ਤੇ ਅਸੀਂ ਸਾਰਿਆਂ ਨੂੰ ਜਾਣਦੇ ਹਾਂ। ਉਹਦੇ ਵਿੱਚ ਸਾਡਾ ਇਹ ਵਰਕ ਪੈ ਜਾਂਦਾ ਵੀ ਕੱਲ੍ਹ ਨੂੰ ਜਿਹੜੇ ਨਾਨਕ ਸਰੀਏ ਉਹਨਾਂ ਦੇ ਵੀ ਸਾਰੀ ਪੀੜ੍ਹੀ ਬਰਦਾਰ ਪੀੜ੍ਹੀ ਨਾਂ ਲੈਣ ਲੱਗ ਪੈਣ। ਪਰਸੋਂ ਨੂੰ ਜਿਹੜੇ ਹੈਗੇ ਨੇ ਸਾਡੇ ਰਾੜੇ ਵਾਲੇ,
ਉਹ ਵੀ ਆਪਣੇ ਮਹਾਂਪੁਰਖਾਂ ਦੇ ਗਾਂਹ ਤੋਂ ਗਾਂਹ ਨਾਂ ਲੈ ਜਾਣ ਪਣ, ਤੇ ਫਿਰ ਅਰਦਾਸ ਨਹੀਂ ਰਹੇਗੀ। ਅੱਗੇ ਜਾ ਕੇ ਅਸੀਂ ਸਾਰੇ ਪਾਠ ਕੇ ਸਾਬਤ ਜਾਵਾਂਗੇ। ਇਸ ਕਰਕੇ ਇਹਨਾਂ ਦਾ ਸਤਿਕਾਰ ਹੈ ਮਹਾਂਪੁਰਖਾਂ ਦਾ, ਜਿਨੇ ਵੀ ਸਾਨੂੰ ਪੰਥ ਨਾਲ ਜੋੜਨ ਦਾ ਯਤਨ ਕੀਤਾ, ਅਸੀਂ ਉਹਨਾਂ ਦੇ ਤਨੋਂ ਮਨੋਂ ਹੋ ਕੇ ਰਹਿਣੀ ਹੈ, ਸ਼ੁਕਰਗੁਜ਼ਾਰ ਹੈ। ਪਰ ਜਿਹਨੇ ਸਾਨੂੰ ਪੰਥ ਤੋਂ ਤੋੜ ਕੇ ਆਪਣੇ ਨਾਲ ਜੋੜਨ ਦਾ ਯਤਨ ਕਰ ਰਿਹਾ, ਉਹ ਤੋਂ ਅਸੀਂ ਸੰਕੇਚ ਕਰਨਾ, ਉਹ ਤੋਂ ਅਸੀਂ ਬਚਣਾ। ਉਹਦੇ ਪੱਲੇ ਸਮਝ ਲਓ ਬਹੁਤਾ ਕੁਛ ਨਹੀਂ ਹੈ, ਇਹ ਪੰਥ ਵਿੱਚ ਹੈ ਸਭ ਕੁਝ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਹੁਣ ਜੇ ਜਥੇ ਦਾ ਕੋਈ ਹੋਰ ਅਗਲਾ ਪ੍ਰਬੰਧ ਹੈਗਾ, ਇੱਕ ਅੱਧਾ ਵੀਰ ਰਹਿੰਦਾ, ਇੱਕ ਅੱਧਾ ਸ਼ਬਦ ਪੜ੍ਹ ਲੈਣਗੇ, ਤੇ ਉਹ ਤੋਂ ਬਾਅਦ ਫਿਰ ਸਮਾਪਤੀ ਹੋਏਗੀ, ਅਰਦਾਸ ਹੋਏਗੀ, ਦੇਗ ਵੰਡੀ ਗਈ ਹੈ, ਮਹਾਰਾਜ ਦਾ ਸਰੂਪ ਆਪਣੇ ਨਿਜਾਸਣਾ ਤੇ ਜਾਏਗਾ। ਗੁਰੂ ਕੇ ਲੰਗਰ ਵਰਤ ਰਹੇ ਨੇ, ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਸਾਊਂਡ ਦਾ। ਮੇਰੀਆਂ ਗੱਲਾਂ ਇਹਦਾ 'ਚ ਨਾ ਭੇਜਿਆ ਕਰੋ, ਜਿਹੜਾ ਤੁਸੀਂ ਟੰਗਿਆ ਹੋਇਆ, ਮੈਂ ਮੈਂਟਲੀ ਅਪਸੈਟ ਹੈ, ਅਤੇ ਮੈਨੂੰ ਇਹਦਾ ਕੋਈ ਇੰਟਰਸਟ ਨਹੀਂ ਵੀ ਮੈਂ ਮੀਡੀਆ 'ਚ ਆਵਾਂ। ਅਤੇ ਤੁਹਾਡੀ ਕੀਰਤਨ ਜਿੰਨੇ ਤੱਕ ਮਰਜ਼ੀ ਭੇਜੋ, ਇਹਦੇ 'ਤੇ ਕੋਈ ਕਿੰਤੂ ਨਹੀਂ ਕਰ ਸਕਦਾ। ਜਿਹੜੀਆਂ ਇੱਦਾਂ ਮੇਰੇ ਵਰਗੀਆਂ ਭੌਂਕਣਾ ਹੁੰਦਾ, ਇਹਦੇ 'ਚ ਕਈ ਕਿੰਤੂ ਹੋ ਜਾਂਦੇ ਆ। ਇਸ ਕਰਕੇ ਮੈਂ ਚਾਹੁੰਦਾ ਵੀ ਮੇਰਾ ਕੋਈ ਵੀ ਗੱਲ ਜਿਹੜੀ ਹੈ ਪ੍ਰਸਾਰਣ ਨਾ ਕੀਤੀ ਜਾਏ। ਮਹਾਰਾਜ ਕਿਰਪਾ ਕਰਨ, ਸਾਡੀ ਕੌਮ ਦਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਹੋਏ, ਦੇਸ਼ ਤਰੱਕੀ ਕਰੇ, ਸੰਸਾਰ 'ਚ ਸ਼ਾਂਤੀ ਹੋਏ। ਹੁਣ ਦਾਸ ਦਾ ਬੋਲਦਿਆਂ ਚੱਲਦਿਆਂ ਜੋ ਗਲਤੀਆਂ ਹੋਈਆਂ, ਉਹਨਾਂ ਦੀ ਖਿਮਾ ਕਰੋ, ਤੇ ਗੁਰੂ ਪਾਤਸ਼ਾਹ ਬਖਸ਼ਣ, ਮਹਾਂਪੁਰਖ ਬਖਸ਼ਣ, ਆਪ ਜੀ ਸੰਗਤ ਰੂਪ ਹੋ, ਬਖਸ਼ ਦੇਣਾ, ਤੇ ਫਤਿਹ ਨਾਲ ਸਾਂਝ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।